ਸਾਈ ਗੱਲ ਚੰਗੀ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੈ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਵਿਖੇ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਨੇ ਵਫਾ ਹਕੀਮ ਅੱਲਾ ਯਾਰ ਖਾਂ ਜੋਗੀ ਰਹਿਮਾਨੀ ਦੱਖਣੀ, ਉਹਨਾਂ ਦੀ ਲਿਖਤ ਹੈ। ਉਹਦੇ ਵਿੱਚੋਂ ਕੱਲ੍ਹ ਤੱਕ ਆਪਾਂ 5 ਬੰਦ ਵਿਚਾਰੇ ਸਨ ਇਸ ਮਰਸੀਏ ਦੇ, ਜਿਸ ਦੇ ਵਿੱਚ ਅਸੀਂ ਵਿਚਾਰਿਆ ਸੀ ਵੀ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦਾ, ਜਾਂ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਔਰੰਗਜ਼ੇਬ ਦਾ ਭੇਜਿਆ ਹੋਇਆ ਇੱਕ ਏਲਚੀ, ਇੱਕ ਸੁਨੇਹਾ ਲੈ ਕੇ ਆਉਣ ਵਾਲਾ ਬੰਦਾ ਅਨੰਦਪੁਰ ਸਾਹਿਬ ਦੇ ਉਸ ਕਿਲ੍ਹੇ ਵਿੱਚ ਆਇਆ ਹੈ। ਉਹ ਗੁਰੂ ਸਾਹਿਬ ਜੀ ਦੇ ਵਾਸਤੇ ਇੱਕ ਚਿੱਠੀ ਲੈ ਕੇ ਆਇਆ ਹੈ, ਤੇ ਕਿਵੇਂ ਉਹ ਉਸ ਚਿੱਠੀ ਵਿੱਚ ਕੀ ਕੁਝ ਲਿਖਿਆ ਹੋਇਆ, ਉਹ ਜਿਹੜਾ ਸਾਧ ਸੰਗਤ ਜੀ ਏਲਚੀ ਹੈ, ਉਹ ਜਿਹੜਾ ਸੁਨੇਹਾ ਲੈ ਕੇ ਆਉਣ ਵਾਲਾ ਬੰਦਾ, ਡਾਕੀਆ ਕਹਿ ਲਓ ਉਹਨੂੰ, ਉਹ ਆਣ ਕੇ ਕੀ ਕਹਿ ਰਿਹਾ ਹੈ। ਛੇਵਾਂ ਬੰਦ, ਛੇਵਾਂ ਸ਼ੇਰ ਇਹਦਾ। ਕਹਿਨੇ ਲਗਾ ਹਜ਼ੂਰ ਕਾ ਰੁਤਬਾ ਬੁਲੰਦ ਹੋ, ਨਾਨਕ ਕੀ ਸ਼ਾਨ 10ਵੇਂ ਗੁਰੂ ਮੇ 2 ਚੰਦ ਹੋ। ਕਹਿਣ ਲੱਗਾ ਹਜ਼ੂਰ ਤੁਹਾਡਾ ਰੁਤਬਾ ਬੁਲੰਦ ਹੋਵੇ, ਤੁਹਾਡੀ ਬਹੁਤ ਸੰਸਾਰ 'ਚ ਸ਼ੋਭਾ ਹੋਵੇ, ਤੁਹਾਡਾ ਰੁਤਬਾ, ਤੁਹਾਡਾ ਉਹਦਾ ਹੋਰ ਉੱਚਾ ਹੋਵੇ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਾਨ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੀ ਸ਼ੋਭਾ ਹੋਰ ਵਧੇ। ਤੁਹਾਡੀ ਸ਼ੋਭਾ ਨੂੰ ਜਿਵੇਂ ਅਸੀਂ ਕਹਿੰਦੇ ਨੇ ਨਾ 4 ਚੰਦ ਲੱਗਣ, ਚੰਦਰਮਾ ਦੀ ਜਿਵੇਂ ਚਾਨਣੀ ਹੁੰਦੀ ਆ, ਪੂਰਨਮਾਸ਼ੀ ਵਾਲੇ ਦਿਨ ਇੱਕ ਹੀ ਚੰਦਰਮਾ ਦਾ ਕਿੰਨਾ ਚਾਨਣ ਹੁੰਦਾ, ਤੇ ਇੱਥੇ 2 ਚੰਦ ਹੋ। ਜਿੰਨਾ ਚਾਨਣ 2 ਚੰਦਰਮਾ ਦਾ ਹੁੰਦਾ, ਤੁਹਾਡੀ ਸ਼ੋਭਾ, ਤੁਹਾਡਾ ਪ੍ਰਕਾਸ਼ ਸਤਿਗੁਰੂ ਜੀ ਜਗਤ ਦੇ ਵਿੱਚ ਇੱਦਾਂ ਹੋਵੇ। ਉਹ ਇਸ ਤਰ੍ਹਾਂ ਜਿਹੜਾ ਆਇਆ ਏਲਚੀ, ਇਸ ਤਰ੍ਹਾਂ ਪਹਿਲਾਂ ਸ਼ੋਭਾ ਕਰਦਾ। ਹਾਦੀ ਹੋ ਇੱਕ ਜ਼ਮਾਨੇ ਕੇ ਤੁਮ ਦਰਦਮੰਦ ਹੋ, ਕੀਜੇ ਮੁਆਫ ਬਾਤ ਅਗਰ ਨਾ ਪਸੰਦ ਹੋ। ਤੁਸੀਂ ਤੇ ਜੀ ਜ਼ਮਾਨੇ ਦੇ ਹਾਦੀ ਹੋ। ਹਾਦੀ ਮਤਲਬ ਹਦਾਇਤ ਕਰਨ ਵਾਲੇ ਹੋ, ਸੰਸਾਰ ਦੇ ਲੋਕਾਂ ਨੂੰ ਚੰਗੀਆਂ ਸਿੱਖਿਆਵਾਂ ਦੇਣ ਵਾਲੇ ਹੋ। ਤੁਸੀਂ ਤੇ ਸੰਸਾਰ ਦੇ ਲੋਕਾਂ ਨੂੰ ਮੱਤ ਦੇਣ ਵਾਲੇ ਹੋ ਜੀ, ਦਰਦਮੰਦ ਹੋ। ਲੋਕਾਂ ਦੇ ਦੁੱਖਾਂ ਦਰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਤੇ ਦੂਰ ਕਰਨ ਵਾਲੇ ਹੋ। ਮੈਂ ਜਿਹੜਾ ਜੀ ਸੁਨੇਹਾ ਲੈ ਕੇ ਆਇਆ ਹਾਂ, ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣ ਲੱਗਾ ਹਾਂ, ਤੇ ਮੈਂ ਇਹ ਸੁਨੇਹਾ ਪੜ੍ਹਨ ਤੋਂ ਪਹਿਲਾਂ ਹੀ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਅਗਰ ਮੇਰੇ ਕੋਲੋਂ ਕੋਈ ਇਹੋ ਜਿਹੀ ਗੱਲ ਹੋ ਜਾਵੇ ਜਿਹੜੀ ਤੁਹਾਨੂੰ ਨਾ ਪਸੰਦ ਹੋਵੇ, ਜਿਹੜੀ ਤੁਹਾਨੂੰ ਚੰਗੀ ਨਾ ਲੱਗੇ, ਕਿਉਂਕਿ ਮੈਂ ਤੇ ਸਿਰਫ ਹਲਕਾਰਾ ਹਾਂ। ਜੋ ਲਿਖਿਆ ਇਸ ਸੁਨੇਹੇ 'ਚ ਮੈਂ ਤੇ ਤੁਹਾਨੂੰ ਉਹ ਪੜ੍ਹ ਕੇ ਸੁਣਾ ਦੇਣਾ ਹੈ। भेजा है मुझको नाज़-ए सिर हिंद ने जहाँ, फरमान शाह दिल्ली के पाबंद ने जहाँ।
ਮੈਨੂੰ ਤੇ ਜੀ ਸਰਹਿੰਦ ਦੇ ਨਾਜ਼ਮ ਨੇ ਭੇਜਿਆ ਹੈ। ਨਾਜ਼ਮ ਸ਼ਾਸਕ, ਉੱਥੋਂ ਦੇ ਨਵਾਬ ਨੇ ਭੇਜਿਆ ਮੈਨੂੰ ਤੁਹਾਡੇ ਕੋਲ। ਤੇ ਉਹਨੇ ਵੀ ਤਾਂ ਭੇਜਿਆ ਕਿਉਂਕਿ ਉਹਨੂੰ ਦਿੱਲੀ ਤੋਂ ਹੁਕਮ ਆਇਆ, ਦਿੱਲੀ ਤੋਂ ਜਿਹੜਾ ਫਰਮਾਨ ਆਇਆ ਸਰਹੰਦ, ਉਹ ਤੁਹਾਡੇ ਕੋਲ ਮੈਂ ਲੈ ਕੇ ਆਇਆ ਹਾਂ। इसने कहा कि हमको नहीं बैर आप से। इस सुनेहे ਵਿੱਚ ਲਿਖਿਆ ਜੀ, ਬਾਦਸ਼ਾਹ ਔਰੰਗਜ਼ੇਬ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ। ਸੁਨੇਹਾ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਆ, ਸਭ ਤੋਂ ਪਹਿਲਾਂ ਕਿਸੇ ਦੀ ਸ਼ੋਭਾ ਕਰਨੀ, ਫਿਰ ਉਹਦੇ ਨਾਲ ਮਿਲ ਵਰਤਨ ਦੀ ਗੱਲ ਕਰਨੀ, ਕੋਈ ਧਮਕੀ ਦੇਣੀ ਹੋਵੇ, ਕੋਈ ਡਰਾਵਾ ਦੇਣਾ ਹੋਵੇ, ਉਹ ਉਸ ਤੋਂ ਬਾਅਦ 'ਚ। ਇਹ ਸਟੈਪ ਬਾਏ ਸਟੈਪ ਇਸ ਤਰ੍ਹਾਂ। ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਚਿੱਠੀ ਲਿਖਣ ਦਾ ਰਿਵਾਜ਼ ਘਟਦਾ ਜਾਂਦਾ, ਨਹੀਂ ਤਾਂ ਜਦੋਂ ਚਿੱਠੀ ਲਿਖੀ ਦੀ ਸੀ ਉਹਦੀ ਸ਼ੁਰੂਆਤ ਦਾ ਬਕਾਇਦਾ ਕੋਈ ਮਰਿਆਦਾ, ਕੋਈ ਨਿਯਮ ਹੁੰਦਾ ਸੀ, ਉਹਦਾ ਸਟਰਕਚਰ ਹੁੰਦਾ ਸੀ। ਸਭ ਤੋਂ ਪਹਿਲਾਂ ਲਿਖ ਤੁਮ ਫਲਾਨਾ ਸਿੰਘ, ਜਾਂ ਲਿਖ ਤੁਮ ਤੁਹਾਡਾ ਪਿਆਰਾ ਪੁੱਤਰ, ਅੱਗੇ ਮਿਲੇ ਸਤਿਕਾਰਯੋਗ ਪਿਤਾ ਸਾਹਿਬ ਜੀ। ਜਿਹਨੂੰ ਚਿੱਠੀ ਲਿਖਣੀ ਹੋਵੇ ਉਹਦੀ ਇੱਕ ਸਾਧ ਸੰਗਤ ਜੀ ਇੱਕ ਸ਼ਬਦਾਵਲੀ ਹੁੰਦੀ ਸੀ। ਸਭ ਤੋਂ ਪਹਿਲਾਂ ਤੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ। ਤੁਸੀਂ ਤੇ ਜੀ ਜਗਤ ਨੂੰ ਮੱਤਾਂ ਦੇਣ ਵਾਲੇ ਹੋ, ਜਗਤ ਦੇ ਦਰਦਮੰਦ ਹੋ, ਅਸੀਂ ਚਾਹੁੰਦੇ ਹਾਂ ਤੁਹਾਡੀ ਸ਼ੋਭਾ ਦਿਨੋਂ ਦਿਨ ਵਧੇ। ਇਹ ਸਿਰਫ ਫਾਰਮੈਲਿਟੀਆਂ ਨੇ, ਦਿਲੋਂ ਥੋੜ੍ਹੀ ਚਾਹੁੰਦੇ ਨੇ ਵੀ ਮਹਾਰਾਜ ਦੀ ਸ਼ੋਭਾ ਵਧੇ। ਦਿਲੋਂ ਤੇ ਚਾਹੁੰਦੇ ਵੀ ਇਹਨਾਂ ਦਾ ਸਾਰਾ ਕੁਝ ਹੀ ਖਤਮ ਕਰ ਦੇਈਏ, ਪਰ ਉੱਪਰੋਂ ਚਿੱਠੀ ਲਿਖਣੀ ਨਾ, ਉਹਦੇ 'ਚ ਹੋਰ ਫਿਰ ਕੀ ਲਿਖਣ। ਉਸ ਤੋਂ ਬਾਅਦ ਅੱਗੇ ਜਿਹੜਾ ਉਹ ਸਾਧ ਸੰਗਤ ਜੀ ਸੁਨੇਹਾ ਲੈ ਕੇ ਆਉਣ ਵਾਲਾ ਬੰਦਾ ਅੱਗੇ ਦੱਸਦਾ, ਕਹਿੰਦਾ ਜੀ ਇਹਦੇ ਵਿੱਚ ਹੋਰ ਲਿਖਿਆ ਹੈ ਵੀ ਬਾਦਸ਼ਾਹ ਨੇ ਲਿਖਿਆ ਜੀ, ਗੁਰੂ ਮਹਾਰਾਜ ਅਸੀਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਨਹੀਂ ਰੱਖਦੇ। इसने कहा कि हमको नहीं बैर आपसे, रखते नहीं है कद हरम ओ दैर आपसे। ਸਾਡੇ ਮਨ ਵਿੱਚ ਕੋਈ ਤੁਹਾਡੇ ਵਾਸਤੇ ਕਦੂਰਤ ਨਹੀਂ ਹੈ। ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਇਹ ਤਾਂ ਤੁਹਾਡੇ ਵਿਹਾਰ ਤੋਂ ਹੀ ਪਤਾ ਚੱਲ ਜਾਂਦਾ। ਰੌਲਾ ਤੇ ਉਹਨਾਂ ਨੂੰ ਪਾਉਣਾ ਪੈਂਦਾ, ਦੱਸਣਾ ਤੇ ਉਹਨਾਂ ਨੂੰ ਪੈਂਦਾ ਜਿਨ੍ਹਾਂ ਦੇ ਦਿਲ ਵਿੱਚ ਉਹ ਕੁਝ ਹੋਰ ਹੋਵੇ ਤੇ ਉੱਪਰੋਂ ਕੁਝ ਹੋਰ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਔਰੰਗਜ਼ੇਬ ਲਿਖਦਾ ਜੀ ਸਾਡੇ ਮਨ ਵਿੱਚ ਤੁਹਾਡੇ ਵਾਸਤੇ ਕੋਈ ਕਦੂਰਤ ਨਹੀਂ ਹੈ। ਹਰਮ ਓ ਦੈਰ ਆਪ ਸੇ। ਸਾਡੇ ਵਾਸਤੇ ਜੀ ਵੇਖੋ ਮੰਦਰ ਮਸਜਿਦ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ। ਅਸੀਂ ਤੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਸਾਡੀ ਤੇ ਸਾਰੀ ਪਰਜਾ ਹੀ ਆ। ਅਸੀਂ ਤੇ ਸਾਰੀ ਪਰਜਾ ਨਾਲ ਹੀ ਪਿਆਰ ਕਰਦੇ ਹਾਂ। ਪਾਤੇ ਹੈ ਸਭ ਬਸ਼ਰ ਸਭ ਕੇ ਖੈਰ ਆਪ ਸੇ। ਜਿੰਨੇ ਵੀ ਬਸ਼ਰ ਨੇ ਨਾ, ਬਸ਼ਰ ਦਾ ਅਰਥ ਹੁੰਦਾ ਵਾ ਮਨੁੱਖ। ਜਿੰਨੇ ਵੀ ਮਨੁੱਖ ਨੇ ਇਹ ਸਾਰੇ ਤੁਹਾਡੇ ਕੋਲੋਂ ਪਾਤੇ ਹੈ ਸਭ ਬਸ਼ਰ ਸਭ ਕੇ ਖੈਰ ਆਪ ਸੇ। ਇਹ ਸਾਰੇ ਤੁਹਾਡੇ ਕੋਲੋਂ ਨੇਕੀ ਦਾ ਸਬਕ ਲੈਂਦੇ ਨੇ। ਤੁਸੀਂ ਸਾਰਿਆਂ ਨੂੰ ਨੇਕੀ ਦਾ ਸਬਕ ਦਿੰਦੇ ਹੋ, ਚੰਗੇ ਸਬਕ ਦਿੰਦੇ ਹੋ। ਆਪਣੇ ਬਾਵਜ਼ਾ ਤਮਾ ਹੋਏ ਗੈਰ ਆਪ ਸੇ। ਜਿਹੜੇ ਤੁਹਾਡੇ ਆਪਣੇ ਵੀ ਨੇ ਉਹ ਵੀ ਬਿਨਾਂ ਵਜ੍ਹਾ ਹੀ ਲਾਲਚ ਦਾ ਕਰਕੇ ਉਹ ਤੁਹਾਡੇ ਤੋਂ ਗੈਰ ਹੋ ਗਏ ਨੇ, ਤੁਹਾਡੇ ਦੁਸ਼ਮਣ ਬਣ ਗਏ ਨੇ। ਸਾਡੇ ਦਿਲ ਵਿੱਚ ਤੇ ਤੁਹਾਡੇ ਵਾਸਤੇ ਕੋਈ ਵੈਰ ਭਾਵਨਾ ਨਹੀਂ ਹੈ ਜੀ, ਤੁਹਾਡੇ ਆਪਣੇ ਹੀ ਤੁਹਾਡੇ ਦੁਸ਼ਮਣ ਬਣੇ ਹੋਏ ਨੇ। दीनों धर्म को छोड़ के अंधे हुए हैं कुछ, नाजिल पहाड़ पर से दरिंदे हुए हैं कुछ। ਹੁਕਮ ਔਰੰਗਜ਼ੇਬ ਦਾ ਵਾ ਵੀ ਗੁਰੂ ਮਹਾਰਾਜ ਦੇ ਕਿਲੇ ਨੂੰ ਘੇਰਾ ਪਾ ਲਓ। ਔਰੰਗਜ਼ੇਬ ਕਹਿੰਦਾ ਜੀ ਮੇਰਾ ਥੋੜ੍ਹਾ ਤੁਹਾਡੇ ਨਾਲ ਕੋਈ ਵੈਰ ਆ, ਤੁਹਾਡੇ ਆਪਣੇ ਜਿਹੜੇ ਹਿੰਦੂ ਪਹਾੜੀ ਰਾਜੇ ਉਹ ਤੁਹਾਡੇ ਵੈਰੀ ਬਣੇ ਨੇ। ਦੀਨ ਧਰਮ ਨੂੰ ਛੱਡ ਕੇ ਤੇ ਹੰਕਾਰ ਦੇ ਨਸ਼ੇ ਵਿੱਚ ਅੰਨੇ ਹੋ ਗਏ ਨੇ। ਉਹ ਜਿਹੜੇ ਨਾਜ਼ਿਲ ਦਾ ਮਤਲਬ ਹੁੰਦਾ ਉਤਰਨਾ,
ਪਹਾੜਾਂ ਤੋਂ ਉਤਰ ਕੇ 22 ਧਾਰਾਂ ਚੋਂ ਉਤਰ ਕੇ ਤੁਹਾਡੇ ਕਿਲੇ ਨੂੰ ਘੇਰਾ ਪਾਈ ਬੈਠੇ ਨੇ। ਉਹੀ ਦਰਿੰਦੇ ਵਹਿਸ਼ੀ ਹੋ ਗਏ ਨੇ, ਜਾਨਵਰ ਉਹੀ ਬਣ ਗਏ ਨੇ ਪਹਾੜੀ ਰਾਜੇ, ਜਿਨ੍ਹਾਂ ਨੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਘੇਰਿਆ ਹੋਇਆ ਹੈ। ਇਹਨੂੰ ਕਹਿੰਦੇ ਆਪਣਾ ਆਪ ਬਚਾਉਣਾ, ਵੀ ਮੇਰਾ ਕੋਈ ਦੋਸ਼ ਨਹੀਂ ਹੈ, ਉਹ ਤੁਹਾਡੇ ਆਪਣੇ ਪਹਾੜੀ ਰਾਜੇ ਤੁਹਾਡੇ ਕਿਲੇ ਨੂੰ ਘੇਰਾ ਪਾਈ ਬੈਠੇ ਨੇ। ਜਿਵੇਂ ਕੋਈ ਬੰਦਾ ਕਹਿੰਦਾ ਜੀ ਮੈਂ ਤੇ ਤੁਹਾਡਾ ਭਲਾ ਹੀ ਕਰਨਾ ਚਾਹੁੰਦਾ ਵਾਂ, ਉਹ ਦੂਸਰੇ ਤੁਹਾਡਾ ਵਿਰੋਧ ਕਰਦੇ, ਦੂਸਰੇ ਦੁਸ਼ਮਣ ਨੇ। ਅੱਗੇ ਫਿਰ ਕੀ ਲਿਖਦਾ ਉਹ ਹੁਣ ਕਰਦਾ ਗੱਲ, ਛੋੜੋ ਆਨੰਦਪੁਰ ਜੇ ਸ਼ਾਹੀ ਮਕਾਮ ਹੈ, ਮਖਦੂਸ਼ ਇਸ ਜਗ੍ਹਾ ਪੈ ਤੁਮਰਾ ਕਿਆਮ ਹੈ। ਅਗਲੇ ਪਹਿਰੇ ਵਿੱਚ ਔਰੰਗਜ਼ੇਬ ਲਿਖਦਾ ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਮਹਾਰਾਜ ਤੁਸੀਂ ਲੜਾਈ ਝਗੜੇ ਚੋਂ ਕੀ ਲੈਣਾ, ਇਹ ਜਿਹੜਾ ਆਨੰਦਪੁਰ ਸਾਹਿਬ ਦਾ ਥਾਂ ਵਾ ਇਹ ਬਾਦਸ਼ਾਹੀ ਜਗ੍ਹਾ ਵਾ, ਇੱਥੇ ਤੁਹਾਡਾ ਰਹਿਣਾ ਮਖਦੂਸ਼ ਖਦਸ਼ੇ ਤੋਂ ਖਾਲੀ ਨਹੀਂ ਆ, ਖਤਰੇ ਵਾਲਾ ਵਾ। ਇੱਥੇ ਮਹਾਰਾਜ ਤੁਹਾਡਾ ਕੋਈ ਨੁਕਸਾਨ ਹੋ ਸਕਦਾ ਵਾ। ਇੱਥੇ ਜਿਹੜਾ ਤੁਹਾਡਾ ਕਿਆਮ ਆ ਨਾ, ਟਿਕਾਣਾ, ਇੱਥੇ ਰਹਿਣਾ, ਮੈਨੂੰ ਲੱਗਦਾ ਜੀ ਉਹ ਸੁਰੱਖਿਅਤ ਨਹੀਂ, ਉਹ ਸੇਫ ਨਹੀਂ ਹੈ। ਤੇ ਨਾਲੇ ਜਗ੍ਹਾ ਵੀ ਬਾਦਸ਼ਾਹੀ ਆ। ਤੁਸੀਂ ਇੱਦਾਂ ਕਰੋ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਆਪਣੀ ਜਾਨ ਬਚਾਓ। फौजों से और कलों से क्या तुमको काम है, लड़ना ही जब नहीं तुझे क्यों तुम ताम है। पहले बचना दी जे व्याख्या करिए, औरंगजेब कहता जी ये जिहड़ा थां वा ये ते बादशाह दा थां वा ते तुसीं इहनूं छड्ड दिओ, जद कि सच्चाई ये सी भी नहीं ਇਹ ਕੋਈ ਬਾਦਸ਼ਾਹੀ ਥਾਂ ਨਹੀਂ ਸੀ, ਇਹ ਕੋਈ ਖਾਲਸਾਈ ਜ਼ਮੀਨ ਨਹੀਂ ਸੀ। ਖਾਲਸਾਈ ਜ਼ਮੀਨ ਦਾ ਮਤਲਬ ਹੁੰਦਾ ਜਿਹਦੇ ਉੱਤੇ ਬਾਦਸ਼ਾਹ ਦਾ ਸਿੱਧਾ ਕਬਜ਼ਾ ਹੋਵੇ, ਉਹਨੂੰ ਕਹਿੰਦੇ ਸੀ ਖਾਲਸ ਜ਼ਮੀਨ। ਇਹ ਕੋਈ ਬਾਦਸ਼ਾਹ ਦੇ ਪ੍ਰਬੰਧ ਵਿੱਚ ਆਉਂਦੀ ਹੋਈ ਜ਼ਮੀਨ ਨਹੀਂ ਸੀ। ਇਹ ਜ਼ਮੀਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਖਰੀਦੀ ਸੀ। ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਉਹਦੇ ਉੱਤੇ ਆਨੰਦਪੁਰ ਸਾਹਿਬ ਵਸਾਇਆ ਸੀ, ਜਿਹਦਾ ਜ਼ਿਕਰ ਆਪਾਂ ਕੱਲ੍ਹ ਵੀ ਕੀਤਾ ਸੀ ਵੀ ਫਿਰ ਪਿੰਡ ਤੇ ਮਾਖੋਵਾਲ ਸੀ। ਫਿਰ 9ਵੇਂ ਗੁਰੂ ਜੀ ਨੇ ਤੇ ਉਹਦਾ ਨਾਮ ਨਾਨਕੀ ਚੱਕ ਰੱਖਿਆ ਸੀ। ਇਹਦਾ ਨਾਮ ਫਿਰ ਆਨੰਦਪੁਰ ਸਾਹਿਬ ਕਿਉਂ ਹੋ ਗਿਆ, ਇਹ ਆਪਾਂ ਕੱਲ੍ਹ ਵਿਚਾਰ ਲਿਆ ਸੀ। ਇਹ ਜ਼ਮੀਨ ਮਹਾਰਾਜ ਜੀ ਦੀ ਆਪਣੀ ਖਰੀਦੀ ਹੋਈ ਸੀ। ਔਰੰਗਜ਼ੇਬ ਚਿੱਠੀ ਵਿੱਚ ਲਿਖਦਾ ਨੇ ਇਹ ਤੇ ਬਾਦਸ਼ਾਹ ਦੀ ਜ਼ਮੀਨ ਆ, ਤੁਸੀਂ ਉਹਨੂੰ ਛੱਡ ਕੇ ਚਲੇ ਜਾਓ। ਅਗਲੀ ਗੱਲ ਲਿਖਦਾ ਜੀ ਤੁਸੀਂ ਇਹ ਕਿਲੇ ਕਾਹਦੇ ਵਾਸਤੇ ਬਣਾਏ ਨੇ, ਆ ਤੁਸੀਂ ਮਹਾਰਾਜ ਫੌਜਾਂ ਐਵੇਂ ਰੱਖੀਆਂ। फौजों से और कलों से क्या तुमको काम है, लड़ना ही जब नहीं तुझे क्यों तुम ताम है। ਜਦੋਂ ਤੁਸੀਂ ਲੜਨਾ ਹੀ ਨਹੀਂ, ਤੁਸੀਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਫਕੀਰ ਹੋ। ਜਦੋਂ ਤੁਸੀਂ ਲੜਨਾ ਹੀ ਨਹੀਂ, ਫੌਜਾਂ ਕਾਹਦੇ ਵਾਸਤੇ ਰੱਖੀਆਂ ਨੇ। ਆਨੰਦਪੁਰ ਸਾਹਿਬ ਦੇ ਵਿੱਚ ਹਥਿਆਰ ਬਣਾਉਣ ਵਾਲੇ ਕਾਰਖਾਨੇ ਲੱਗੇ ਹੋਏ ਸਨ, ਜਿੱਥੇ ਵਧੀਆ ਤੋਂ ਵਧੀਆ ਹਥਿਆਰ ਬਣਾਏ ਜਾਂਦੇ ਸਨ। ਬਹੁਤ ਸਾਰੇ ਹਥਿਆਰ ਸ਼ਸਤਰ ਬਣਾਉਣ ਵਾਲੇ ਕਾਰੀਗਰ, ਜਿਨ੍ਹਾਂ ਨੂੰ ਅਸੀਂ ਅੱਜ ਵਣਜਾਰੇ ਸਿੱਖ ਕਹਿੰਦੇ ਆ, ਉਹ ਵੱਡੀ ਗਿਣਤੀ ਵਿੱਚ ਉੱਥੇ ਹਥਿਆਰ ਬਣਾਉਂਦੇ ਸੀ। ਨਗਾਰੇ ਬਣਦੇ ਸੀ, ਸ਼ਸਤਰ, ਕਿਰਪਾਨਾਂ, ਚੱਕਰ, ਖੰਡੇ, ਭਾਲੇ ਇਤਿਆਦਿਕ ਕਈ ਹਥਿਆਰ ਬਣਦੇ ਸੀ। ਔਰੰਗਜ਼ੇਬ ਕਹਿੰਦਾ ਵੀ ਇਹ ਕਾਹਦੇ ਲਈ ਬਣਾਉਂਦੇ ਜੇ, ਜੰਗ ਦੀ ਤਿਆਰੀ ਕਾਹਦੇ ਲਈ ਕਰਦੇ ਜੇ, ਜਦੋਂ ਤੁਸੀਂ ਜੰਗ ਕਰਨੀ ਨਹੀਂ। ਹੈ ਖੈਰ ਇਸੀ ਮੇਂ ਆਪਣੇ ਕਹੇ ਪਰ ਅਮਲ ਕਰੋ, ਬੇਸੂਦ ਹਮਦਮੋ ਬੇਸੂਦ ਹਮਦਮੋ ਕੋ ਨਾ ਨਜ਼ਰੇ ਅਜ਼ਲ ਕਰੋ। ਲਓ ਜੀ ਹੁਣ ਵੇਖੋ ਚਿੱਠੀ, ਵੇਖੋ ਤੁਸੀਂ ਕਿੱਦਾਂ ਦੀ ਆ। ਅੱਗੇ ਔਰੰਗਜ਼ੇਬ ਨੇ ਹੁਣ ਦੇ ਦਿੱਤੀ ਵਿੱਚ ਚਿੱਠੀ ਦੇ ਧਮਕੀ। ਪਹਿਲਾਂ ਸ਼ੋਭਾ, ਉਸ ਤੋਂ ਬਾਅਦ ਮਹਾਰਾਜ ਦੀ ਵਡਿਆਈ ਦੀ ਗੱਲ, ਫਿਰ ਜ਼ਮੀਨ ਨੂੰ ਛੱਡਣ ਦੀ ਗੱਲ, ਫਿਰ ਫੌਜ ਰੱਖਣ ਦੀ ਗੱਲ। ਹੁਣ ਦੇ ਦਿੱਤੀ ਲਾਸਟ ਗੱਲ, ਇਹਦੇ ਵਿੱਚ ਕਹਿ ਦਿੱਤੀ ਆ ਵੀ
ਗੱਲ ਮਹਾਰਾਜ ਇੱਦਾਂ ਵੀ ਤੁਹਾਡੀ ਖੈਰ ਇਹਦੇ ਵਿੱਚ ਹੀ ਆ ਵੀ ਤੁਸੀਂ ਆਪਣੇ ਕਹੇ ਦੇ ਉੱਤੇ ਅਮਲ ਕਰੋ। ਤੁਹਾਡਾ ਕਹਿਣਾ ਕੀ ਆ ਵੀ ਸਰਬ ਸਾਂਝੀਵਾਲਤਾ, ਕਿਸੇ ਦਾ ਨੁਕਸਾਨ ਨਹੀਂ ਕਰਨਾ, ਕਿਸੇ ਨਾਲ ਜੰਗ ਨਹੀਂ ਕਰਨੀ। ਤੁਸੀਂ ਤਾਂ ਇੱਦਾਂ ਦੇ ਉਪਦੇਸ਼ ਦਿੰਦੇ ਹੋ, ਤੁਸੀਂ ਇਸ ਗੱਲ ਦੇ ਉੱਤੇ ਅਮਲ ਕਰੋ। ਅਸੀਂ ਜੋ ਮਰਜ਼ੀ ਕਰੀਏ, ਹਰ ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਹੈ ਨਾ ਵੀ ਮੈਂ ਜਿਵੇਂ ਦਾ ਮਰਜ਼ੀ ਹੋਵਾਂ, ਵਿਕਾਰਾਂ ਨਾਲ ਭਰਿਆ ਹੋਵਾਂ, ਚੋਰੀਆਂ ਕਰਦਾ ਹੋਵੇ, ਭੈੜਾ ਹੋਵਾਂ, ਤੂੰ ਬਿਲਕੁਲ ਠੀਕ ਠਾਕ ਰਹਿਣਾ ਹੋਣਾ ਚਾਹੀਦਾ, ਤੁਸੀਂ ਠੀਕ ਹੋਣੇ ਚਾਹੀਦੇ ਹੋ, ਮੇਰੀ ਕੋਈ ਗੱਲ ਨਹੀਂ। ਔਰੰਗਜ਼ੇਬ ਕਹਿੰਦਾ ਜੀ ਤੁਸੀਂ ਆਪਣੇ ਕਹੇ ਦੇ ਉੱਤੇ ਅਮਲ ਕਰੋ। ਤੁਸੀਂ ਐਵੇਂ ਹੀ ਬੇਸੂਦ ਹਮਦਮੋ ਕੋ ਨਾ ਨਜ਼ਰੇ ਅਜ਼ਲ ਕਰੋ। ਜਿਹੜੇ ਤੁਹਾਡੇ ਸੰਗੀ ਸਾਥੀ ਆ, ਮਹਾਰਾਜ ਇਹਨਾਂ ਨੂੰ ਨਾ ਕਿਤੇ ਐਵੇਂ ਮਰਵਾ ਦਿਓ, ਇਹ ਨਾ ਕਿਤੇ ਮੌਤ ਦੀ ਭੇਟ ਹੋ ਜਾਣ। ਤੁਹਾਡਾ ਜੀ ਵਸਦਾ ਰਸਦਾ ਪਰਿਵਾਰ, ਵੇਖੋ ਕਿਹੋ ਜਿਹੀ ਗੱਲ ਆ। ਇਹਦੇ ਵਿੱਚ ਧਮਕੀ ਵੀ ਆ, ਹਦਾਇਤ ਵੀ ਆ, ਤੇ ਪੜ੍ਹ ਕੇ ਇੱਦਾਂ ਲੱਗਦਾ ਜਿੱਦਾਂ ਔਰੰਗਜ਼ੇਬ ਚਾਹੁੰਦਾ ਹੋਵੇ ਵੀ ਮਹਾਰਾਜ ਦਾ ਭਲਾ ਕਰ ਦਈਏ, ਵੀ ਮਹਾਰਾਜ ਅਸੀਂ ਨਹੀਂ ਚਾਹੁੰਦੇ ਵੀ ਐਵੇਂ ਤੁਹਾਡਾ ਪਰਿਵਾਰ ਮਾਰਿਆ ਜਾਵੇ। ਵੀ ਨਹੀਂ ਪਰਿਵਾਰ ਮਾਰਨਾ ਤੇ ਘੇਰਾ ਕਾਹਦੇ ਲਈ ਪਾ ਕੇ ਬੈਠੇ ਜੇ? ਘੇਰਾ ਕਾਹਦੇ ਲਈ ਪਾਇਆ? ਉਹਨਾਂ ਵਿਚਾਰਿਆਂ ਨੂੰ ਭੁੱਖਿਆਂ ਪਿਆਸਿਆਂ ਕਾਹਦੇ ਵਾਸਤੇ ਰੱਖਿਆ? ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਉਹ ਪਾਣੀ ਦੀ ਨਦੀ ਜਾਂਦੀ, ਉਹ ਕਾਹਦੇ ਲਈ ਬੰਦ ਕਰ ਦਿੱਤੀ ਆ? ਵੀ ਵਿਚਾਰੇ ਪਾਣੀ ਵੀ ਨਾ ਪੀ ਸਕਣ, ਨਾ ਉਹਨਾਂ ਨੂੰ ਕੋਈ ਰਸਦਾਂ ਬਸਦਾਂ ਲਿਆਉਣ ਦਿੰਦੇ ਹੋ। ਤੇ ਵੈਸੇ ਕਹਿੰਦੇ ਹੋ ਜੀ ਨਹੀਂ ਅਸੀਂ ਤੁਹਾਡੀ ਖੈਰ ਚਾਹੁੰਦੇ ਹਾਂ। ਜਿਵੇਂ ਅੱਜ ਕੱਲ੍ਹ ਵੀ ਜਿਵੇਂ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਸਾਨੂੰ ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ, ਵੀ ਉਹ ਨਹੀਂ ਭਲਾ ਕਰਾਉਣਾ ਚਾਹੁੰਦੇ ਤੁਸੀਂ ਨਾ ਕਰੋ ਜ਼ਬਰਦਸਤੀ। ਨਹੀਂ ਜੇ ਅਸੀਂ ਤੁਹਾਡਾ ਭਲਾ ਕਰਨਾ ਹੀ ਕਰਨਾ ਵਾ। ਇਹੀ ਗੱਲ ਹੁਣ ਔਰੰਗਜ਼ੇਬ ਕਰ ਰਿਹਾ। ਉਹ ਕਹਿੰਦਾ ਅਸੀਂ ਮਹਾਰਾਜ ਤੁਹਾਡਾ ਭਲਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਜੀ ਤੁਹਾਡਾ ਪਰਿਵਾਰ ਸੁਖੀ ਸ਼ਾਂਤੀ ਵਸੇ, ਤੁਹਾਡੇ ਸੰਗੀ ਸਾਥੀ ਠੀਕ ਰਹਿਣ। ਇਹ ਨਾ ਹੋਵੇ ਵੀ ਤੁਸੀਂ ਕਿਤੇ ਆਪਣੇ ਬੇਸੂਦ ਹਮਦਮੋ ਕੋ, ਜਿਹੜੇ ਤੁਹਾਡੇ ਹਮਦਮ ਨੇ, ਜਿਹੜੇ ਤੁਹਾਡੇ ਸਾਥੀ ਨੇ, ਉਹਨਾਂ ਨੂੰ ਨਾ ਐਵੇਂ ਨਜ਼ਰੇ ਅਜ਼ਲ ਕਰੋ। ਅਜ਼ਲ ਦਾ ਅਰਥ ਹੁੰਦਾ ਮੌਤ। ਉਹਨਾਂ ਨੂੰ ਨਾ ਐਵੇਂ ਜੀ ਮੌਤ ਦੇ ਘਾਟ ਉਤਾਰੋ, ਮੌਤ ਦੀ ਭੇਟਾ ਉਹਨਾਂ ਨੂੰ ਨਾ ਕਰੋ। ਨਾਲੇ ਸਾਡਾ ਤੇ ਤੁਹਾਡਾ ਮਹਾਰਾਜ ਰਾਹ ਹੀ ਵੱਖ-ਵੱਖ ਆ। ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਤਸ਼ਾਹ ਹੋ। ਤੁਸੀਂ ਦੁਨੀਆ ਦੇ ਬਾਦਸ਼ਾਹ ਹੋ, ਤੁਸੀਂ ਦੁਨੀਆ ਦੇ ਪਾਤਸ਼ਾਹ ਹੋ। ਪਾਤ ਦਾ ਅਰਥ ਹੁੰਦਾ ਇੱਜ਼ਤ। ਤੁਹਾਨੂੰ ਦੁਨੀਆ ਦੇ ਲੋਕੀ ਇੱਜ਼ਤ ਦਿੰਦੇ ਨੇ। ਪਾਤਸ਼ਾਹ ਅਤੇ ਬਾਦਸ਼ਾਹ। ਬਾਦ ਦਾ ਅਰਥ ਲੜਾਈਆਂ ਝਗੜੇ ਵੀ ਹੁੰਦਾ। ਬਾਦਸ਼ਾਹ ਦਾ ਅਰਥ ਇਹ ਵੀ ਵਿਦਵਾਨ ਕਰਦੇ ਨੇ ਲੜਾਈਆਂ ਝਗੜੇ ਮੁਕਾਉਣ ਵਾਲਾ। ਅਸੀਂ ਬਾਦਸ਼ਾਹ ਹਾਂ, ਤੁਸੀਂ ਪਾਤਸ਼ਾਹ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਉੱਥੇ ਵੀ ਸ਼ਬਦ ਆਇਆ ਨਾ ਪਾਤਸ਼ਾਹ, ਬਾਦਸ਼ਾਹ ਨਹੀਂ ਆਇਆ। ਇੱਜ਼ਤ ਵਾਲਾ। ਪਾਤ ਪਤ, ਪਤ ਮੀਨਸ ਇੱਜ਼ਤ, ਤੇ ਬਾਦਸ਼ਾਹ ਜਿਹੜਾ ਲੜਾਈਆਂ ਝਗੜੇ ਮੁਕਾਉਣ ਵਾਲਾ ਹੋਵੇ। ਵੈਸੇ ਭਾਈ ਨੰਦ ਲਾਲ ਜੀ ਨੇ ਲਿਖਿਆ ਵੀ ਆ ਬਾਦਸ਼ਾਹ ਗੋਬਿੰਦ ਗੁਰੂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਨੇ ਲਿਖਿਆ। ਔਰੰਗਜ਼ੇਬ ਕਹਿੰਦਾ ਜੀ ਅਸੀਂ ਦੁਨੀਆ ਦੇ ਬਾਦਸ਼ਾਹ ਹਾਂ, ਤੁਸੀਂ ਧਰਮ ਦੇ ਬਾਦਸ਼ਾਹ ਹੋ। आता नहीं यकीन तुम्हें दुनिया की चाह हो। ਮੈਨੂੰ ਤੇ ਮਹਾਰਾਜ ਯਕੀਨ ਨਹੀਂ ਆਉਂਦਾ ਵੀ ਤੁਹਾਡੇ ਦਿਲ ਦੇ ਵਿੱਚ ਦੁਨੀਆ ਦੀ ਕਾਹਦੇ ਵਾਸਤੇ ਚਾਹ ਹੈ। ਚਾਹ ਦਾ ਅਰਥ ਹੁੰਦਾ ਇੱਛਾ। ਚਾਹ ਦਾ ਮਤਲਬ ਇਹ ਨਹੀਂ ਜਿਹੜੇ ਉਹ ਦਿਨ 'ਚ 5-7 ਵਾਰੀ ਅਸੀਂ ਪੀ ਜਾਂਦੇ ਹਾਂ ਟੀ ਚਾਹ ਇੱਛਾ, ਡਿਜ਼ਾਇਰ, ਲਾਲਸਾ, ਕਾਮਨਾ, ਖਾਹਿਸ਼। ਔਰੰਗਜ਼ੇਬ ਕਹਿੰਦਾ ਜੀ ਮੈਨੂੰ ਯਕੀਨ ਨਹੀਂ ਆਉਂਦਾ ਵੀ ਤੁਸੀਂ ਦੁਨੀਆ ਤੋਂ ਕੀ ਲੈਣਾ। ਇਹ ਕਿਲੇ ਬਣਾ ਕੇ ਕੀ ਲੈਣਾ, ਜ਼ਮੀਨ ਤੇ ਕਬਜ਼ਾ ਕਰਕੇ ਕੀ ਲੈਣਾ ਹੈ ਤੁਸੀਂ। आता नहीं यकीन तुम्हें दुनिया की चाह हो। ਇਹ ਜੀ ਤੁਹਾਡੇ ਕਿਸ ਕੰਮ।
ਤੁਹਾਨੂੰ ਇਹ ਰਾਜ ਭਾਗ, ਇਹ ਰੁਪਇਆ ਪੈਸਾ, ਧਨ ਦੌਲਤ, ਘੋੜੇ ਹਥਿਆਰ, ਸਿੱਖ ਫੌਜਾਂ ਸਿਪਾਹੀ, ਇਹ ਸ਼ਾਨੋ ਸ਼ੌਕ ਤੇ 5 ਕਲੇ ਸ਼ਸਤਰ, ਇਹ ਚੰਦਨ ਦੀ ਚੌਂਕੀ, ਪ੍ਰਸਾਦੀ ਹਾਥੀ, 5 ਕਲਾ ਸ਼ਸਤਰ। ਮਹਾਰਾਜ ਦੇ ਕੋਲ ਬਹੁਤ ਬੇਸ਼ਕੀਮਤੀ ਚੀਜ਼ਾਂ ਸੀ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੇ ਕੋਲ ਵੀ ਨਹੀਂ ਹੁੰਦੀਆਂ। ਹੁਣ ਕਿ ਰਾਜਾ ਮਹਾਰਾਜਾ ਥੋੜਾ ਜਰ ਸਕਦਾ ਵੀ ਇੱਕ ਫਕੀਰ ਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੋਵੇ, ਪਸ਼ਮੀਨੇ ਦਾ ਤੰਬੂ ਹੋਵੇ, ਚੰਦਨ ਦੀ ਚੌਂਕੀ ਹੋਵੇ, ਹੀਰਿਆਂ ਜੜੀ ਚਾਂਦਨੀ ਹੋਵੇ ਜਿਹੜਾ ਉੱਤੇ ਚੰਦੋਆ ਸਾਹਿਬ ਲਾਈਦਾ, ਏਡਾ ਮਹਿੰਗਾ ਇਹਦੇ ਬਾਦਸ਼ਾਹ ਦੇ ਉੱਤੇ ਹੋਣਾ ਚਾਹੀਦਾ। ਇਹਨਾਂ ਗੱਲਾਂ ਦਾ ਕਰਕੇ ਔਰੰਗਜ਼ੇਬ ਮਹਾਰਾਜ ਦੇ ਨਾਲ ਈਰਖਾ ਦਵੈਸ਼ ਵੀ ਕਰਦਾ ਸੀ ਵੀ ਇਹ ਫਕੀਰ ਨੇ ਤੇ ਚੀਜ਼ਾਂ ਵਸਤੂਆਂ ਸੌਗਾਤਾਂ ਇਹਨਾਂ ਦੇ ਕੋਲ ਐਵੇਂ ਦੀਆਂ ਨੇ ਜਿਹੜੀਆਂ ਮੇਰੇ ਕੋਲ ਵੀ ਨਹੀਂ ਹੈਗੀਆਂ। ਉਹ ਪਹਾੜੀ ਰਾਜੇ ਚਿੱਠੀਆਂ ਲਿਖ ਲਿਖ ਕੇ ਭੇਜਦੇ ਰਹਿੰਦੇ ਸੀ, ਉਹ ਚਿੱਠੀਆਂ ਲਿਖ ਲਿਖ ਕੇ ਭੇਜਦੇ ਰਹਿੰਦੇ ਸੀ। ਜਿਵੇਂ ਸਾਡੇ ਵੀ ਹੁਣ ਇਸ ਤਰ੍ਹਾਂ ਹੀ ਹੈ ਵੀ ਈਰਖਾ ਦਵੈਸ਼ ਸਾਡੀਆਂ ਘਟੀਆ ਸੋਚਾਂ ਹੀ ਨੇ। ਆ ਮੈਂ ਸੁਣਿਆ ਕੱਲ ਪਰਸੋਂ ਗੱਲ ਚੱਲੀ, ਇੱਕ ਬੰਦਾ ਦੱਸੇ ਕਹਿੰਦਾ ਵੀ ਸਾਡੇ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸਿੰਘ ਆ ਤੇ ਉਹ ਬਾਬਾ ਜੀ ਉਹ ਤਾਂ ਬਹੁਤ ਘਟੀਆ ਇਨਸਾਨ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਉਹ ਪਤਾ ਜੀ ਸਵੇਰੇ ਪਾਠ ਕਿੰਨੇ ਵਜੇ ਸ਼ੁਰੂ ਕਰਦਾ? ਮੈਂ ਕਿਹਾ ਕਿੰਨੇ ਵਜੇ? ਕਹਿੰਦਾ 6:30 ਵਜੇ। ਮੈਂ ਕਿਹਾ ਵੀ ਸੰਗਤ ਕਿੰਨੇ ਕੁ ਵਜੇ ਆਉਂਦੀ ਆ? ਕਹਿੰਦਾ ਜੋ ਵੀ 6:30 ਇੰਨੇ ਕੁ ਵਜੇ ਆਉਂਦੀ। ਤੇ ਮੈਂ ਕਿਹਾ ਫਿਰ ਉਦੋਂ ਸ਼ੁਰੂ ਕਰਨਾ ਜਦੋਂ ਸੰਗਤ ਆਉਂਦੀ ਆ। ਉਹ ਇਕੱਲਾ ਹੀ ਲੱਗਾ ਰਿਹਾ ਕਰੇ ਸਵੇਰੇ 4 ਵਜੇ ਤੋਂ ਉੱਠ ਕੇ। ਫਿਰ ਤਨਖਾਹ ਕਿੰਨੀ ਦਿੰਦੇ ਹੋ ਪਤਾ ਜੀ ਕਿੰਨੀ? ਮਹੀਨੇ ਦੀ 2500 ਰੁਪਇਆ ਮਹੀਨੇ ਦੀ। ਉਹ ਤਾਂ 100 ਰੁਪਇਆ ਦਿਹਾੜੀ ਵੀ ਨਹੀਂ ਦਿੰਦੀ, ਤਾਂ ਵੀ ਸ਼ੁਕਰ ਕਰੋ ਵੀ ਅਗਲਾ 6:30 ਲੱਗਦਾ। 2500 ਜਾਂ 3100 ਰੁਪਈਏ ਚੋਂ 9 ਵਜੇ ਵੀ ਲੱਗੇ ਤਾਂ ਵੀ ਉਹਦੀ ਕੋਈ ਗਲਤੀ ਨਹੀਂ ਵੀ ਉਹ ਕੋਈ ਹੋਰ ਕੰਮ ਕਰ ਲੇ, ਕੋਈ ਖੰਡ ਪਾਠਾਂ ਦੀਆਂ ਡਿਊਟੀਆਂ ਲਾਵੇ। ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਹੋਣਾ। ਅਸੀਂ ਲੋਕੀ ਕੀ ਕਹਿੰਦੇ ਆ, ਉਹ ਇਹਨੇ ਪੈਸੇ ਕੀ ਕਰਨੇ ਜੇ ਇਹਨੂੰ ਥੋੜਾ ਲੋੜ ਆ। ਇਹਨੂੰ ਕੀ ਲੋੜ ਹੈ? ਤਾਂ ਬਾਣੀ ਪੜ੍ਹਨੀ, ਪਾਠ ਕਰਦੇ ਤੇ ਬਾਬੇ ਤੇ ਗ੍ਰੰਥੀ ਭਾਈ ਰਾਗੀ, ਇਹਨਾਂ ਨੂੰ ਪੈਸਿਆਂ ਦੀ ਥੋੜਾ ਲੋੜ ਹੁੰਦੀ ਵੀ ਇਹਨਾਂ ਦੇ ਕੰਮ ਆਪਣੇ ਆਪ ਹੀ ਸਵਰੀ ਜਾਂਦੇ ਆ। ਇਹਨਾਂ ਨੂੰ ਸਾਰਾ ਸੌਦਾ ਪੱਤਾ ਉਤੋਂ ਆਕਾਸ਼ ਚੋਂ ਡਿੱਗਦਾ, ਰੱਬ ਚੋਂ ਡਿੱਗਦਾ ਵੀ ਇਹ ਵੀ ਤੁਹਾਡੇ ਵਰਗੇ ਇਨਸਾਨ ਨੇ, ਇਹਨਾਂ ਦੀਆਂ ਵੀ ਲੋੜਾਂ ਨੇ, ਘਰ ਪਰਿਵਾਰ। ਔਰੰਗਜ਼ੇਬ ਇਹੋ ਗੱਲ ਇੱਥੇ ਕਹਿ ਰਿਹਾ। ਇਹ ਜਿਹੜਾ ਇਤਿਹਾਸ ਹੁੰਦਾ ਨਾ ਕੰਪੈਰੀਜ਼ਨ ਕਰਨ ਵਾਸਤੇ ਹੁੰਦਾ ਵਾ। ਜਿਹੜਾ ਇਤਿਹਾਸ ਹੁੰਦਾ ਤੁਲਨਾ ਕਰਨ ਵਾਸਤੇ ਹੁੰਦਾ ਵੀ ਉਦੋਂ ਕੀ ਗੱਲ ਹੋਈ ਤੇ ਅੱਜ ਕੀ ਹੋ ਰਹੀ ਆ। ਔਰੰਗਜ਼ੇਬ ਉਦੋਂ ਇਹੋ ਚਿੱਠੀ ਲਿਖਦਾ ਜੀ ਤੁਸੀਂ ਆ ਸਾਰਾ ਸਾਜੋ ਸਮਾਨ ਕੀ ਕਰਨਾ। ਨੌਵੇਂ ਗੁਰੂ ਜੀ ਨੂੰ ਵੀ ਤੇ ਇਹੋ ਕਿਹਾ ਸੀ ਉਹਨਾਂ ਨੇ, ਧੀਰ ਮੱਲ ਹੋਣਾ ਨੇ। ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਤੇ ਸੰਗਤਾਂ ਬਹੁਤ ਆਈਆਂ ਜੀ। ਮੱਖਣ ਸ਼ਾਹ ਲੋਬਾਣਾ ਆਇਆ, ਉਹਦੇ ਨਾਲ ਦੇ ਕਿੰਨੇ ਸਿਪਾਹੀ ਸਿੱਖ ਸੰਗਤਾਂ। ਬਾਬਾ ਬਕਾਲਾ ਸਾਹਿਬ ਵੇਖਿਓ, ਉਹਦੀ ਕਾਫੀ ਲੰਬੀ ਵੱਡੀ ਕਵਿਤਾ ਹੈ, ਉਹ ਮੈਂ ਕਿਸੇ ਦਿਨ ਫਿਰ ਆਪ ਸੰਗਤਾਂ ਨੂੰ ਸੁਣਾਵਾਂਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਤੇ ਪੈਸਿਆਂ ਦਾ ਮਾਇਆ ਦਾ ਲੱਗ ਗਿਆ ਢੇਰ। ਧੀਰ ਮੱਲ ਹੋਣਾ ਨੇ ਸੋਚਿਆ ਵੀ ਨੌਵੇਂ ਗੁਰੂ ਜੀ ਨੇ ਇੰਨੇ ਪੈਸੇ ਕੀ ਕਰਨੇ। ਉਹਨਾਂ ਨੇ ਮਹਾਰਾਜ ਦੇ ਡੇਰੇ ਤੇ ਅਟੈਕ ਕਰ ਦਿੱਤਾ, ਹਮਲਾ ਕਰ ਦਿੱਤਾ। ਉਹ ਗੁਰੂ ਸਾਹਿਬ ਜੀ ਦੀ ਸਾਰੀ ਚੜ੍ਹਤੀ ਚੁੱਕ ਕੇ ਲੈ ਗਏ ਜਿਨ੍ਹਾਂ ਲੋਕਾਂ ਨੇ ਮੱਥਾ ਟੇਕਿਆ ਸੀ। ਇਹ ਲੋਕਾਂ ਨੇ ਤੇ ਭਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ ਸੀ, ਟੇਕਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ, ਮੱਥਾ ਚੁੱਕ ਕੇ ਲੈ ਗਏ ਮਸੰਦ ਧੀਰ ਮੱਲ ਹੋਣੀ। ਚਲੋ ਮੱਖਣ ਸ਼ਾਹ ਲੋਬਾਣੇ ਕੋਲ ਖਬਰ ਪਹੁੰਚੀ ਵੀ ਤੇ ਬਹੁਤ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਗੋਲੀ ਚਲਾਈ। ਵੇਖ ਲਓ, ਇਹ ਤੇ ਮਹਾਰਾਜ ਨੂੰ ਗੋਲੀ ਮਾਰ ਦਿੰਦੇ ਰਹੇ ਤੇ ਆਮ ਬੰਦੇ ਦਾ ਕੀ ਹੋ ਸਕਦਾ। ਆਮ ਬੰਦਾ ਵਿਚਾਰਾ ਕਹਿੰਦੇ ਵੀ ਕਿਸ ਬਾਗ ਦੀ ਮੂਲੀ ਹੈ ਤੇ ਗੁਰੂ ਦੇ ਉੱਤੇ ਗੋਲੀ ਚਲਾ ਦਿੰਦੇ ਰਹੇ ਨਾ। ਧੀਰ ਮੱਲ ਨੇ ਆਪਣੇ ਸ਼ੀਹੇ ਮਸੰਦ ਦੇ ਰਾਹੀਂ ਉਹਨੂੰ ਕਿਹਾ ਨੌਵੇਂ ਗੁਰੂ ਜੀ ਨੂੰ ਗੋਲੀ ਮਾਰ, ਤਾਂ ਹੀ ਆਪਾਂ ਗੁਰੂ ਬਣ ਸਕਦੇ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਸ਼ਾਮ ਨੂੰ ਜਾ ਰਹੇ ਸੀ ਤੇ ਗੋਲੀ ਚਲਾਈ, ਨੌਵੇਂ ਗੁਰੂ ਜੀ ਦੇ ਮੱਥੇ ਨੂੰ ਛੋਹ ਕੇ ਲੰਘ ਗਈ। ਮਹਾਰਾਜ ਜੀ ਦੀ ਜਾਨ ਬਚ ਗਈ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸਾਰਾ ਡੇਰਾ ਲੁੱਟ ਲਿਆ, ਰੁਪਇਆ ਪੈਸਾ ਧਨ ਦੌਲਤ ਸਾਰੇ ਚੁੱਕ ਕੇ ਲੈ ਗਏ।
ਭਾਈ ਮੱਖਣ ਸ਼ਾਹ ਲੁਬਾਣੇ ਨੇ ਫਿਰ ਧੀਰਮਲ ਉਹਨਾਂ ਦਾ ਡੇਰਾ ਲੁੱਟਿਆ ਵੀ ਜਿੱਦਾਂ ਦਾ ਕੋਈ ਕਰਦਾ ਉਹਨੂੰ ਅੱਗੇ ਉਦਾਂ ਦਾ ਜਵਾਬ ਦੇਣਾ। ਮੱਖਣ ਸ਼ਾਹ ਲੁਬਾਣਾ ਫਿਰ ਧੀਰਮਲ ਉਹਨਾਂ ਦਾ ਸਾਰਾ ਸਾਜੋ ਸਮਾਨ ਚੁੱਕ ਲਿਆ ਆ। ਨੌਵੇਂ ਗੁਰੂ ਜੀ ਮਹਾਰਾਜ ਨੇ ਬਚਨ ਕੀਤਾ, ਨਹੀਂ ਮੱਖਣ ਸ਼ਾਹ ਰਹਿਣ ਦੇ, ਜੇ ਮੇਰੇ ਪੈਸੇ ਚੁੱਕ ਕੇ ਇਹ ਰੱਜਦੇ ਨੇ ਨਾ ਕੋਈ ਗੱਲ ਨਹੀਂ, ਖੌਰੇ ਇਹਨਾਂ ਦੀ ਮੇਰੇ ਪੈਸੇ ਚੁੱਕ ਕੇ ਭੁੱਖ ਬੁੱਝ ਜਾਵੇ। ਮੱਖਣ ਸ਼ਾਹ ਕਹਿਣ ਲੱਗਾ, ਮਹਾਰਾਜ ਹੁਕਮ ਕਰੋ, ਇਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਵਾਂ, ਇਹਨਾਂ ਦਾ ਸਾਰਾ ਕੁਝ ਹੀ ਲੁੱਟ ਲਿਆਵਾਂ। ਮਹਾਰਾਜ ਨੇ ਕਿਹਾ ਨਹੀਂ, ਇਹ ਤ੍ਰਿਸ਼ਨਾ ਐਸੀ, ਇਹਦੇ ਨਾਲ ਕਿਸੇ ਦੀ ਭੁੱਖ ਨਹੀਂ ਬੁੱਝਦੀ। ਰਹੋ ਵਿਚਾਰ। ਰਹੋ ਵਿਚਾਰ ਉਦੋਂ ਕਹੀਦਾ ਵੀ ਜਦੋਂ ਕਥਾ ਕਰਦੇ ਵਿੱਚ ਕੋਈ ਹੋਰ ਐਗਜ਼ਾਮਪਲਸ ਦੇਣ ਲੱਗ ਜਾਈਏ, ਵਿੱਚ ਕੋਈ ਹੋਰ ਉਦਾਹਰਨਾਂ ਦੇਣ ਲੱਗ ਜਾਈਏ, ਉਦੋਂ ਕਹਿੰਦਾ ਵੀ ਫਿਰ ਆਓ ਉੱਥੇ ਸਾਧ ਸੰਗਤ ਜੀ। ਔਰੰਗਜ਼ੇਬ ਕਹਿਣ ਲੱਗਾ ਵੀ ਤੁਸੀਂ ਜੀ ਇਹ ਕੀ ਕਰਨੀ ਇੰਨੀ ਸ਼ਾਨੋ ਸ਼ੌਕਤ, ਤੁਹਾਨੂੰ ਦੁਨੀਆ ਦੀ ਚਾਹ ਕਿਉਂ ਹੈ? ਸਤਿਗੁਰ ਕੇ ਪਾਸ ਕਿਸ लिए ਫੌਜੋ ਸਿਪਾਹ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਕੋਲ ਭਲਾ ਫੌਜੀ ਸਿਪਾਹੀ ਕੀ ਕਰਦੇ ਨੇ? ਇਹ ਤੁਸੀਂ ਕਾਹਦੇ ਵਾਸਤੇ ਰੱਖੇ ਆ? ਨਾਨਕ ਕੇ ਜਾਨਸ਼ੀਨ ਕੋ ਕਿਉਂ ਹੁੱਬੇ ਜਾਹ ਹੋ। ਤੁਸੀਂ ਤੇ ਗੁਰੂ ਨਾਨਕ ਸਾਹਿਬ ਦੇ ਜਾਨਸ਼ੀਨ ਜੇ, ਉਹਨਾਂ ਦੀ ਗੁਰਤਾ ਗੱਦੀ ਦੇ ਉੱਤੇ ਬੈਠੇ ਹੋ, ਤੁਹਾਨੂੰ ਰੁਤਬੇ ਦੇ ਨਾਲ ਕਿਉਂ ਪਿਆਰ ਆ? ਤੁਸੀਂ ਕਿਉਂ ਚਾਹੁੰਦੇ ਜੇ ਵੀ ਲੋਕੀ ਮੇਰੀ ਸ਼ੋਭਾ ਕਰਨ? ਤੁਹਾਡੇ ਮਨ ਵਿੱਚ ਇਹੋ ਜਿਹਾ ਰੁਤਬੇ ਦਾ, ਸ਼ਾਨੋ ਸ਼ੌਕਤ ਦਾ ਪਿਆਰ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਸਾਡੇ ਹਿੱਸੇ ਆਈਆਂ ਨੇ। ਸਿੰਘੋਂ ਕੋ ਸਾਥ ਲੈ ਕੇ ਜਹਾਂ ਸੇ ਸਿਧਾਰੀਏ। ਏਦਾਂ ਕਰੋ, ਇਹ ਜੀ ਆਪਣੇ ਸਿੰਘਾਂ ਨੂੰ ਲਓ ਨਾਲ, ਆਪਣਾ ਸਾਜੋ ਸਮਾਨ ਚੁੱਕ ਕੇ ਜਾਓ ਇੱਥੋਂ ਆਨੰਦਪੁਰ ਸਾਹਿਬ ਦੇ ਕਿਲੇ ਚੋਂ। ਸਿੰਘੋਂ ਕੋ ਸਾਥ ਲੈ ਕੇ ਜਹਾਂ ਸੇ ਸਿਧਾਰੀਏ। ਵਾਹਿਗੁਰੂ ਕੀ ਫਤਿਹ ਕਾ ਨਾਰਾ ਪੁਕਾਰੀਏ। ਬੁਲਾਓ ਫਤਿਹ। ਸਤਿ ਸ਼੍ਰੀ ਅਕਾਲ। ਮਹਾਰਾਜ ਸੱਚੇ ਉਹ ਔਰੰਗਜ਼ੇਬ ਕਹਿਣ ਲੱਗਾ, ਮਹਾਰਾਜ ਫਤਿਹ ਬੁਲਾਓ, ਜਕਾਰਾ ਛੱਡੋ, ਜਾਓ ਇੱਥੋਂ। ਤੁਸੀਂ ਇੱਥੇ ਕੀ ਕਰਨਾ? ਤੁਹਾਨੂੰ ਫਕੀਰਾਂ ਨੂੰ ਤੇ ਤੁਸੀਂ ਜਿੱਥੇ ਵੀ ਜੰਗਲ 'ਚ ਜਾਓਗੇ ਉੱਥੇ ਮੰਗਲ ਲਾ ਲਓਗੇ। ਛੱਡ ਦਿਓ ਅਨੰਦਪੁਰ ਸਾਹਿਬ ਦਾ ਕਿਲਾ। ਕਾਹਦੇ ਵਾਸਤੇ ਐਵੇਂ ਇੰਨਾ ਝਗੜਾ, ਇੰਨਾ ਰੇੜਕਾ ਕਾਹਦੇ ਵਾਸਤੇ ਤੁਸੀਂ ਵਧਾਇਆ ਹੋਇਆ? ਚਲੇ ਜਾਓ ਇੱਥੋਂ, ਅਸੀਂ ਤੁਹਾਨੂੰ ਥਾਂ ਦੇ ਦਿਆਂਗੇ। ਵੇਖਿਆ ਨਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਨਾ, ਕੋਈ ਫਰਕ ਹੈਗਾ ਵਿੱਚ? ਉਧਰ ਸਰਕਾਰ ਕਿਸਾਨਾਂ ਨੂੰ ਕਹਿੰਦੀ ਵੀ ਅਸੀਂ ਤੁਹਾਨੂੰ ਥਾਂ ਦੇ ਦਿੰਦੇ ਹਾਂ, ਵੀ ਫਲਾਨੀ ਥਾਂ ਤੇ ਚਲੇ ਜਾਓ, ਉੱਥੇ ਫਲਾਨੀ ਏਡੀ ਵੱਡੀ ਗਰਾਊਂਡ ਆ, ਉਹਦੇ 'ਚ ਜਾ ਕੇ ਆਪਣਾ ਪ੍ਰੋਟੈਸਟ ਕਰ ਲਓ, ਸੜਕਾਂ ਨਾ ਰੋਕੋ। ਔਰੰਗਜ਼ੇਬ ਉਦੋਂ ਕਹਿੰਦਾ ਸੀ ਵੀ ਤੁਹਾਨੂੰ ਥਾਂ ਦੇ ਦਿੰਦੇ ਬਕਾਇਦਾ, ਤੁਸੀਂ ਛੱਡੋ ਅਨੰਦਪੁਰ ਸਾਹਿਬ ਦਾ ਕਿਲਾ, ਕਿਤੇ ਹੋਰ ਚਲੇ ਜਾਓ। ਗੱਲ ਦਰਅਸਲ ਕੋਈ ਵੀ ਨਹੀਂ ਸੀ। ਉਧਰ ਔਰੰਗਜ਼ੇਬ ਆਪਣੀ ਜਿੱਦ ਤੇ ਅੜਿਆ ਸੀ ਵੀ ਹੁਣ 7 ਮਹੀਨੇ ਹੋ ਗਏ ਆ ਘੇਰਾ ਪਾਏ ਨੂੰ, ਜੇ ਮੈਂ ਫੌਜਾਂ ਮੋੜ ਕੇ ਲੈ ਗਿਆ ਤੇ ਲੋਕੀ ਕੀ ਕਹਿਣਗੇ? ਉਹ ਕਹਿਣਗੇ ਵੀ ਔਰੰਗਜ਼ੇਬ ਇੰਨਾ ਤਾਕਤਵਰ ਤੇ ਡਰ ਗਿਆ। ਵੀ ਕੀ ਸੀ ਵਿੱਚ ਕਿਤੇ 100-150 ਸਿੰਘ ਹੋਣਾ ਆਨੰਦਪੁਰ ਸਾਹਿਬ ਦੇ ਕਿਲੇ 'ਚ, ਤੇ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਸਕਿਆ, ਉਹਨਾਂ ਨੂੰ ਖਤਮ ਨਾ ਕਰ ਸਕਿਆ। ਇਹ ਤਾਂ ਕਰਕੇ ਸਾਰਾ ਕੁਝ ਕਰਦੇ ਪਏ ਆ। ਕਦੇ ਤੇ ਇੱਕ ਥਾਲ ਦੇ ਵਿੱਚ ਆਟੇ ਦੀ ਗਊ ਬਣਾ ਕੇ ਨਾ, ਆਟੇ ਦੀ, ਉਹ ਭੇਜਦੇ ਅਨੰਦਪੁਰ ਸਾਹਿਬ ਦੇ ਕਿਲੇ 'ਚ। ਆਹ ਵੇਖੋ ਜੀ, ਗਾਂ ਦੀ ਸਹੁੰ ਲੱਗੇ, ਗਾਂ ਸਾਡੀ ਮਾਂ ਨਾ, ਹਿੰਦੂ ਕਹਿੰਦੇ ਵੀ ਬ੍ਰਾਹਮਣ। ਪੰਮੇ ਪੁਰੋਹਿਤ ਨੂੰ ਘੱਲਦੇ ਆ, ਪੁਰੋਹਿਤ ਬ੍ਰਾਹਮਣ ਨੂੰ ਕਹਿੰਦੇ ਆ। ਉਹ ਪੰਮਾ ਨਾਮ ਦਾ ਪੁਰੋਹਿਤ ਆ, ਪੰਡਤ ਆ। ਉਹ ਐਨ ਟਿੱਕਾ ਲਾ ਕੇ, ਬੋਦੀ ਪਿੱਛੇ ਛੱਡ ਕੇ, ਧੋਤੀ ਬੰਨ ਕੇ, ਉਹ ਜਾਂਦਾ ਆਟੇ ਦੀ ਗਊ ਬਣਾ ਕੇ ਥਾਲੀ ਵਿੱਚ ਰੱਖ ਕੇ ਕਹਿੰਦਾ ਜੀ ਵੇਖੋ ਮਹਾਰਾਜ, ਆਟੇ ਦੀ ਗਾਂ ਦੀ ਸਹੁੰ ਲੱਗੇ, ਜੇ ਅਸੀਂ ਤੁਹਾਡਾ ਕੋਈ ਨੁਕਸਾਨ ਕਰੀਏ ਚਲੇ ਜਾਓ ਇੱਥੋਂ। ਮਹਾਰਾਜ ਕਹਿੰਦੇ ਤੁਹਾਡੇ ਲੋਕਾਂ ਤੇ ਕੋਈ ਨਹੀਂ ਯਕੀਨ, ਤੁਸੀਂ ਲੋਕੀ ਝੂਠੇ ਹੋ। ਕਦੇ ਉਹ ਔਰੰਗਜ਼ੇਬ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਤੇ ਸਹੁੰ ਲਿਖ ਕੇ ਭੇਜਦਾ, ਜਿਲਦ ਦੇ ਉੱਤੇ ਕਹਿੰਦਾ ਵੇਖੋ ਜੀ ਕੁਰਾਨ ਸ਼ਰੀਫ ਗ੍ਰੰਥ,
ਇਹਦੀ ਜਿਲਤ ਦੇ ਉੱਤੇ ਮੈਂ ਲਿਖ ਦਿੰਦਾ ਵੀ ਛੱਡ ਦਿਓ ਆਨੰਦਪੁਰ ਸਾਹਿਬ ਦਾ ਕਿਲਾ, ਜੇ ਤੁਹਾਡਾ ਕੋਈ ਨੁਕਸਾਨ ਕਰਾਂਗੇ ਤੇ ਸਾਨੂੰ ਸਾਡੇ ਗ੍ਰੰਥ ਸਾਹਿਬ ਦੀ ਸਹੁੰ ਲੱਗੇ, ਸਾਨੂੰ ਸਾਡੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਸਹੁੰ ਲੱਗੇ, ਅਗਰ ਅਸੀਂ ਤੁਹਾਡਾ ਕੋਈ ਨੁਕਸਾਨ ਕਰੀਏ। ਮਹਾਰਾਜ ਨੇ ਕਿਹਾ ਇਹ ਲੋਕੀ ਝੂਠੇ ਨੇ, ਇਹਨਾਂ ਦੇ ਉੱਤੇ ਵਿਸ਼ਵਾਸ ਕਿੱਦਾਂ ਕਰ ਲਈਏ। ਇਹ ਸੀ ਸੁਨੇਹਾ ਔਰੰਗਜ਼ੇਬ ਦਾ। ਲਓ ਜੀ, ਪੜ੍ਹੀ ਗਈ ਚਿੱਠੀ, ਸੁਣ ਲਿਆ ਸੁਨੇਹਾ, ਹੁਣ ਅਗਲਾ ਸਟੈਪ ਕੀ ਆ। ਪੈਗਾਮ ਸੁਣ ਕੇ ਸਤਿਗੁਰੂ ਖਾਮੋਸ਼ ਹੋ ਗਏ, ਪੈਦਾ ਤਬੀਅਤੋਂ में मगर जोश हो गए। ਮਹਾਰਾਜ ਨੇ ਪੈਗਾਮ ਸੁਣਿਆ, ਬਾਦਸ਼ਾਹ ਵੱਲੋਂ ਕੀਤੀ ਸ਼ੋਭਾ, ਉਹਦੀਆਂ ਧਮਕੀਆਂ, ਉਹਦੇ ਡਰਾਵੇ, ਉਹਦੀਆਂ ਦਿੱਤੀਆਂ ਹੋਈਆਂ ਸਲਾਹਾਂ, ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਤੀ ਜਾਣ ਵਾਲੀ ਚੀਜ਼ ਆ ਸਲਾਹ। ਸਾਡੇ ਕੋਲੋਂ ਕੋਈ ਪੁੱਛੇ ਕੋਈ ਨਾ ਪੁੱਛੇ, ਅਸੀਂ ਬਿਨਾਂ ਮਤਲਬ ਹੀ ਅਗਲੇ ਨੂੰ ਸਲਾਹ ਦੇਈ ਜਾਂਦੇ ਹਾਂ। ਆਮ ਬੰਦਿਆਂ ਨੂੰ ਤੇ ਸਲਾਹ ਦੇਣੀ ਆਪਣੇ ਫਰੈਂਡ ਸਰਕਲ 'ਚ, ਆਪਣੇ ਆਲੇ ਦੁਆਲੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਤੇ ਸਲਾਹਾਂ ਦੇਣੀਆਂ ਹੀ ਦੇਣੀਆਂ। ਉਹ ਨਹੀਂ ਪੁੱਛਦੇ, ਉਹ ਕੋਈ ਪੁੱਛਦੇ ਥੋੜ੍ਹੀ ਹੈ ਵੀ ਤੁਹਾਡੀ ਕੀ ਸਲਾਹ। ਅਸੀਂ ਬਿਨਾਂ ਮਤਲਬ ਹੀ, ਜਿਹਨੂੰ ਕਹਿੰਦੇ ਵੀ ਤੂੰ ਕੌਣ, ਮੈਂ ਖਾਮ ਖਾ, ਉਹ ਬਿਨਾਂ ਮਤਲਬ ਹੀ ਵਿੱਚ ਲੱਤਾਂ ਡਾਈ ਜਾਣੀਆਂ। ਇਸ ਤਰ੍ਹਾਂ ਕਰ ਲੈਣਾ ਚਾਹੀਦਾ, ਅਸੀਂ ਇੰਝ ਹੋ ਜਾਣਾ ਚਾਹੀਦਾ, ਵੀ ਤੁਹਾਨੂੰ ਪੁੱਛਿਆ ਕਿਸੇ ਨੇ। ਸਾਡੀ ਤਾਂ ਇਹੋ ਜਿਹੀ ਆਦਤ ਬਣ ਗਈ, ਅਸੀਂ ਰੱਬ ਨੂੰ ਸਲਾਹਾਂ ਦੇਈ ਜਾਂਦੇ ਹਾਂ। ਰੱਬ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਰੱਬ ਨੇ ਕਦੋਂ ਪੁੱਛਿਆ ਤੁਹਾਨੂੰ ਵੀ ਮੈਂ ਇੱਦਾਂ ਕਰਾਂ ਕਿ ਨਾ ਕਰਾਂ। ਇਹ ਤੇ ਜੀ ਰੱਬ ਨੇ ਬਹੁਤ ਮਾੜਾ ਕੀਤਾ। ਤੁਸੀਂ ਜੱਜ ਹੋ, ਜਿਹੜੇ ਰੱਬ ਦੇ ਕੀਤੇ ਦਾ ਫੈਸਲਾ ਕਰੋ ਵੀ ਰੱਬ ਨੇ ਚੰਗਾ ਕੀਤਾ ਕਿ ਰੱਬ ਨੇ ਮਾੜਾ ਕੀਤਾ। ਰੱਬ ਜੀ ਜੋ ਕਰ ਰਿਹਾ ਸਭ ਚੰਗਾ ਹੀ ਕਰ ਰਹੇ ਆ। ਮਾੜਾ ਉਹ ਕਰਦਾ ਜਿਹੜਾ ਖੁਦ ਮਾੜਾ ਹੋਵੇ, ਭੈੜਾ ਉਹ ਕਰਦਾ ਜਿਹੜਾ ਖੁਦ ਭੈੜਾ ਹੋਵੇ। ਹੁਣ ਔਰੰਗਜ਼ੇਬ ਦੇ ਕੋਲੋਂ ਸਲਾਹ ਤੇ ਕੋਈ ਮੰਗੀ ਨਹੀਂ ਸੀ। ਉਹਨੇ ਪਤਾ ਨਹੀਂ ਚਿੱਠੀ 'ਚ ਕਿੰਨੀਆਂ ਸਲਾਹਾਂ, ਕੀ ਕੁਝ ਲਿਖ ਲਿਖ ਕੇ ਭੇਜ ਦਿੱਤਾ। ਮਹਾਰਾਜ ਜੀ ਨੇ ਉਹ ਪੈਗਾਮ ਸੁਣਿਆ, ਚਿੱਠੀ ਪੜ੍ਹੀ, ਤੇ ਪੈਗਾਮ ਸੁਣ ਕੇ ਉਹਨਾਂ ਦੇ ਵਿੱਚ ਵੀ ਜੋਸ਼ ਆਇਆ। ਕਿਉਂਕਿ ਹੱਦ ਹੁੰਦੀ ਆ, ਜ਼ਮੀਨ ਸਾਡੀ, ਬੈਠੇ ਅਸੀਂ ਆ, ਇਹ ਬਿਨਾਂ ਮਤਲਬ ਹੀ ਦਾਅਵਾ ਕਰੀ ਜਾਂਦੇ ਆ। ਸਾਨੂੰ ਕਹਿੰਦੇ ਇੱਥੋਂ ਛੱਡ ਕੇ ਚਲੇ ਜਾਓ। ਅਸੀਂ ਇੱਦਾਂ ਕਿੱਦਾਂ ਛੱਡ ਕੇ ਚਲੇ ਜਾਈਏ। ਦਰ ਪਏ ਨਿਕਾਲਨੇ ਕੇ ਸਿਤਮ ਕੋਸ਼ ਹੋ ਗਏ। ਇਹ ਹੁਣ ਜ਼ੁਲਮ ਕਰਨ ਵਾਲੇ, ਸਾਨੂੰ ਤੰਗ ਪਰੇਸ਼ਾਨ ਕਰਨ ਵਾਲੇ ਹੁਣ ਦਰ ਪਏ ਨੇ। ਹੁਣ ਸਾਡੇ ਅੱਗੇ ਡਿੱਗ ਕੇ ਫਰਿਆਦਾਂ ਕਰਦੇ ਆ, ਹੁਣ ਬੇਨਤੀਆਂ ਕਰਦੇ ਆ। ਸਾਡੀ ਬੇਨਤੀ ਹੈ ਜੀ ਤੁਸੀਂ ਚਲੇ ਜਾਓ ਇੱਥੋਂ, ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ, ਕਿਧਰੇ ਤੁਹਾਡਾ ਨੁਕਸਾਨ ਨਾ ਹੋ ਜਾਵੇ। ਇੱਕ ਸਾਧ ਸੰਗਤ ਜੀ ਇਹ ਵੀ ਵੇਖੋ, ਹੈਰਾਨੀ ਵਾਲੀ ਗੱਲ ਆ, ਇਸ ਰਚਨਾ ਦੀ ਕਥਾ ਮੈਂ ਪਿਛਲੇ 8-10 ਸਾਲਾਂ ਤੋਂ ਕਰਦਾ ਉਹਨਾਂ, ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਗੁਰਦੁਆਰਿਆਂ 'ਚ ਇਹਨਾਂ ਦਿਨਾਂ ਵਿੱਚ ਇਸ ਰਚਨਾ ਦੀ ਵਿਆਖਿਆ ਕੀਤੀ। ਤੇ ਮੇਰੇ ਮਨ 'ਚ ਕੱਲ ਖਿਆਲ ਆਇਆ ਵੀ ਵਿਆਖਿਆ ਤੇ ਇਸ ਰਚਨਾ ਦੀ ਕਈ ਵਾਰੀ ਕੀਤੀ ਆ, ਪਰ ਹੁਣ ਫਿਰ ਜਦੋਂ ਪੜ੍ਹੀਦਾ ਤੇ ਨਵੇਂ ਅਰਥ ਧਿਆਨ 'ਚ ਆਉਂਦੇ, ਕਈ ਅਰਥ ਸਮਝ ਵਿੱਚ ਆਉਂਦੇ ਆ। ਦਰ ਪਏ ਨਿਕਾਲਨੇ ਕੇ, ਇਹਦਾ ਅਰਥ ਮੈਨੂੰ ਪਹਿਲਾਂ ਨਹੀਂ ਪਤਾ, ਹੁਣੇ ਧਿਆਨ 'ਚ ਆਇਆ। ਇਹਦਾ ਮਤਲਬ ਉਹ ਸਾਡੇ ਦਰ ਤੇ ਪੈ ਗਏ ਆ, ਉਹ ਫਰਿਆਦੀ ਹੋ ਕੇ ਆਉਂਦੇ ਆ, ਬਾਰ-ਬਾਰ ਬੇਨਤੀਆਂ ਕਰਦੇ ਆ। ਜ਼ੁਲਮ ਕਰਨ ਵਾਲੇ ਬੇਨਤੀਆਂ ਕਰਦੇ ਆ, ਇਹਦਾ ਮਤਲਬ ਇਹਦੇ ਵਿੱਚ ਵੀ ਕੋਈ ਸਾਜ਼ਿਸ਼ ਆ। ਜਿਹੜੇ ਸਾਡੇ ਖੂਨ ਦੇ ਪਿਆਸੇ ਨੇ, ਜਿਨ੍ਹਾਂ ਨੇ ਸਾਡੇ ਵੱਡੇ ਵਡੇਰਿਆਂ ਦੇ ਉੱਤੇ ਇੰਨਾ ਜ਼ਿਆਦਾ ਜ਼ੁਲਮ ਕੀਤਾ, ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ, ਹੇਠਾਂ ਅੱਗ ਬਾਲੀ, ਗੁਰਦਿੱਤੇ ਪੜਪੂੰਜੇ ਦੇ ਰਾਹੀਂ ਸੀਸ ਵਿੱਚ ਤੱਤੀ ਰੇਤ ਪਵਾਈ ਆ, ਸਰੀਰ ਮਹਾਰਾਜ ਜੀ ਦਾ ਛਾਲੇ-ਛਾਲੇ ਕਰ ਦਿੱਤਾ। ਫਿਰ ਇਹੋ ਜਿਹੇ ਛਾਲਿਆਂ ਨਾਲ ਭਰੇ ਹੋਏ ਮਹਾਰਾਜ ਜੀ ਦੇ ਸੜੇ ਹੋਏ ਸਰੀਰ ਨੂੰ ਠੰਡੇ ਪਾਣੀ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ। ਇੰਨਾ ਜ਼ੁਲਮ, ਜਿਨ੍ਹਾਂ ਨੇ ਸਾਡੇ ਦਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ 4 ਜੰਗਾਂ ਕੀਤੀਆਂ ਨੇ,
ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਣ ਦਿੱਤਾ, ਵਿਆਹ ਦੇ ਵਿੱਚ ਖਲਲ ਪਾ ਦਿੱਤਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦਾ ਸਾਰਾ ਹੀ ਪ੍ਰੋਗਰਾਮ ਅੰਮ੍ਰਿਤਸਰ ਸਾਹਿਬ ਤੋਂ ਕੈਂਸਲ ਕਰਕੇ ਐਟ ਏ ਟਾਈਮ ਸਾਰਾ ਅਰੇਂਜ ਝਬਾਲ ਪਿੰਡ 'ਚ ਕਰਨਾ ਪਿਆ। ਜਿਨ੍ਹਾਂ ਨੇ ਉਦੋਂ ਨਹੀਂ ਸਾਡਾ ਭਲਾ ਚਾਹਿਆ, ਜਿਨ੍ਹਾਂ ਨੇ 9ਵੇਂ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਇੱਕ ਨਿੱਕੇ ਜਿਹੇ ਪਿੰਜਰੇ 'ਚ ਕੈਦ ਕਰਕੇ ਰੱਖਿਆ। ਉਹਦੇ 'ਚ ਬੰਦਾ ਸਿਰਫ ਖੜਾ ਹੀ ਹੋ ਸਕਦਾ ਸੀ, ਅੰਦਰਲੇ ਪਾਸੇ ਤਿੱਖੇ ਸੂਏ ਲੱਗੇ ਸੀ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਦੇ 'ਚ ਬਹਿ ਸਕਦੇ ਸੀ, ਸਿਰਫ ਖੜੇ ਹੋ ਸਕਦੇ ਸੀ। ਜੇ ਮਾੜਾ ਜਿਹਾ ਵੀ ਉਸ ਪਿੰਜਰੇ ਨੂੰ ਢੋਹ ਲਾਉਂਦੇ ਸੀ, ਤਿੱਖੇ ਸੂਏ ਚੁੱਭਦੇ ਸੀ। ਜਿਨ੍ਹਾਂ ਨੇ ਭਾਈ ਮਤੀ ਦਾਸ ਜੀ ਨੂੰ 9ਵੇਂ ਗੁਰੂ ਜੀ ਦੇ ਸਾਹਮਣੇ ਆਰੇ ਨਾਲ ਚੀਰ ਦਿੱਤਾ, ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਆ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ। ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਾਡੇ ਨਾਲ ਕਈ ਜੰਗਾਂ ਕੀਤੀਆਂ ਨੇ, ਇਹ ਇੱਕਦਮ ਬਦਲ ਕਿਉਂ ਗਏ ਆ? ਇਹ ਇੱਕਦਮ ਇਸ ਤਰ੍ਹਾਂ ਕਿਉਂ ਬੇਨਤੀਆਂ ਕਰਦੇ ਜੀ ਅਸੀਂ ਤੇ ਜੀ ਤੁਹਾਡਾ ਭਲਾ ਚਾਹੁੰਦੇ ਆ? ਵੀ ਭਲਾ ਤੇ ਤੁਸੀਂ ਸਾਡਾ ਪਹਿਲਾਂ ਨਹੀਂ ਕਦੀ ਚਾਹਿਆ, ਪਹਿਲਾਂ ਤੁਸੀਂ ਕਿਹੜਾ ਸਾਡਾ ਭਲਾ ਚਾਹਿਆ? ਇੱਕੋ ਵਾਰੀ ਇੱਕੋ ਤਰੀਕ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ, ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ, ਤਾਬਿਆਂ ਬੈਠੇ ਹੋਏ ਸਿੰਘ ਦੇ ਹੱਥ 'ਚ ਗੋਲੀ ਵੱਜੀ, ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਖੂਨ ਲੱਗਾ ਹੋਇਆ ਵਾ। ਹਰਮੰਦਰ ਸਾਹਿਬ ਸਰੋਵਰ ਦੇ ਵਿੱਚ ਲਾਸ਼ਾਂ ਤੈਰਦੀਆਂ ਰਹੀਆਂ। ਹੋਰ ਵੀ ਕਈ ਮੁਕਤਸਰ ਦੇ, ਜੇ ਕਹਿੰਦੇ ਵੀ ਉੱਥੇ ਜੀ ਅਕਾਲ ਤਖਤ ਸਾਹਿਬ ਵਿਖੇ ਤਾਂ ਕਰਕੇ ਹਮਲਾ ਕੀਤਾ ਕਿਉਂਕਿ ਉੱਥੇ ਬਾਬਾ ਜਰਨੈਲ ਸਿੰਘ ਜੀ ਸੀ, ਉੱਥੇ ਤੇ ਬਾਬਾ ਜਰਨੈਲ ਸਿੰਘ ਦੀ ਸੀ। ਜਿਹੜਾ ਗੁਰਦੁਆਰਾ ਮੁਕਤਸਰ ਸਾਹਿਬ ਹੈ ਉੱਥੇ ਕੌਣ ਸੀ? ਜੂਨ ਦੇ ਮਹੀਨੇ ਵਿੱਚ ਉਥੋਂ ਦੇ ਸੇਵਾਦਾਰਾਂ ਦੇ ਕੱਪੜੇ ਲੁਹਾ ਕੇ ਉਹਨਾਂ ਨੂੰ ਅੱਗ ਵਾਂਗੂ ਬਲਦੀ ਹੋਈ ਸੰਖਮਰਮਰ ਦੇ ਉੱਤੇ ਢਿੱਡਾਂ ਦੇ ਭਾਰ ਲੰਮੇ ਪਾਇਆ। ਪਟਿਆਲੇ ਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਉੱਥੇ ਇੰਨਾ ਤਸ਼ੱਦਦ ਕੀਤਾ। ਪੰਜਾਬ ਦੇ ਕਈ ਗੁਰਦੁਆਰਿਆਂ ਦੇ ਵਿੱਚ ਉਦੋਂ ਮਿਲਟਰੀ ਨੇ ਹਮਲਾ ਕੀਤਾ, ਉਦੋਂ ਨਹੀਂ ਤੁਸੀਂ ਸਾਡਾ ਕਦੇ ਭਲਾ ਕੀਤਾ। ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦੀ ਲਹਿਰ ਚੱਲਦੀ ਸੀ, ਉਦੋਂ ਮੈਂ ਛੋਟਾ ਜਿਹਾ ਸਾਂ। ਜਦੋਂ ਉਹ ਅਟੈਕ ਹੋਇਆ ਨਾ ਹਰਿਮੰਦਰ ਸਾਹਿਬ ਦੇ ਉੱਤੇ 1984 ਦੇ ਜੂਨ ਮਹੀਨੇ 'ਚ, ਉਦੋਂ ਮੇਰੀ ਉਮਰ 3-3.5 ਸਾਲ ਦੀ ਸੀ। 81 ਦਾ ਮੇਰਾ ਜਨਮ ਆ ਤੇ 84 'ਚ ਅਟੈਕ ਹੋਇਆ ਤੇ ਸਾਡਾ ਪਿੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਆ। ਉਹ ਸਾਡੇ ਪਿੰਡ ਗੋਲਿਆਂ ਦੀ ਆਵਾਜ਼ ਸੁਣਦੀ ਸੀ। ਅਸੀਂ ਨਿੱਕੇ ਨਿੱਕੇ ਨਿਆਣੇ ਸਾਂ, ਸਾਨੂੰ ਨਹੀਂ ਸੀ ਇੰਨੀ ਸਮਝ ਪਈ ਇਹ ਕੀ ਹੋ ਰਿਹਾ। ਉਸ ਤੋਂ ਬਾਅਦ ਕੀ ਕੁਝ ਹੁੰਦਾ ਰਿਹਾ, ਪਿੰਡ ਦੇ ਵਿੱਚ ਜਿਹੜਾ ਚੌਂਕੀਦਾਰ ਹੁੰਦਾ ਸੀ ਉਹ ਪੀਪਾ ਖੜਕਾ ਦਿੰਦਾ ਸੀ ਗਲੀਆਂ ਦੇ ਵਿੱਚ। ਮਾਝੇ ਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ। ਉਹਨੇ ਪੀਪਾ ਖੜਕਾ ਦੇਣਾ, ਨਾਲ ਥਾਂ ਥਾਂ ਦੇ ਉੱਤੇ ਗਲੀਆਂ ਵਿੱਚ ਚੌਂਕ ਚੁਰਾਹਿਆਂ ਵਿੱਚ ਖਲੋ ਕੇ ਉਹਨੇ ਆਵਾਜ਼ ਦੇ ਦੇਣੀ, ਜਿੰਨੇ ਵੀ ਦਸਤਾਰਾਂ ਸਜਾਉਣ ਵਾਲੇ ਤੇ ਮੁੱਛ ਫੁੱਟ ਗੱਭਰੂ ਹਨ ਉਹ ਸਾਰੇ ਸਕੂਲ ਦੀ ਗਰਾਊਂਡ 'ਚ ਆ ਜਾਓ। ਸਾਰਿਆਂ ਨੇ ਜਾਣਾ, ਪਿੰਡ ਦੇ ਸਾਰੇ ਨੌਜਵਾਨ। ਉਹ ਆਤੰਕਵਾਦੀ ਸੀ ਕਿਤੇ, ਉਹ ਦੇਸ਼ ਧਰੋਹੀ ਸੀ, ਉਹ ਤੇ ਆਪਣਾ ਪਿੰਡਾਂ 'ਚ ਰਹਿੰਦੇ ਸੀ। ਅਸੀਂ ਨਿੱਕਿਆਂ ਨਿੱਕਿਆਂ ਨੇ ਕੰਧਾਂ ਦੇ ਉੱਤੋਂ ਦੀ ਵੇਖਣਾ ਵੀ ਹੁਣ ਇਹਨਾਂ ਦਾ ਕੀ ਕਰਨਗੇ। ਸਾਰੇ ਨੌਜਵਾਨਾਂ ਨੂੰ ਸਕੂਲ ਦੀ ਗਰਾਊਂਡ ਦੇ ਵਿੱਚ ਸੱਦ ਕੇ ਇੱਕ ਕੁਰਸੀ ਤੇ ਪਿੰਡ ਦੇ ਸਰਪੰਚ ਨੇ ਬਹਿ ਜਾਣਾ, ਇੱਕ ਪਾਸੇ ਕੋਈ ਥਾਣੇਦਾਰ ਨੇ ਬਹਿ ਜਾਣਾ। ਨੌਜਵਾਨਾਂ ਦੀ ਲਾਈਨ ਲੱਗੀ ਹੁੰਦੀ ਸੀ, ਜਿਹਦੀ ਤੇ ਹਾਮੀ ਸਰਪੰਚ ਨੇ ਭਰ ਦੇਣੀ ਵੀ ਠੀਕ ਹੈ ਉਹਨੂੰ ਛੱਡ ਦੇਣਾ, ਜਿਹਦਾ ਨਹੀਂ ਸਿਰੇ ਹਿਲਾਉਣਾ ਉਹਨਾਂ ਨੂੰ ਚੜਾਓ ਜੀ ਗੱਡੀ 'ਚ। ਗੱਡੀਆਂ ਭਰ ਭਰ ਕੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਦੀਆਂ ਲੈ ਕੇ ਜਾਂਦੇ ਰਹੇ। ਕਦੋਂ ਮੁੜਨਾ ਕੋਈ ਪਤਾ ਨਹੀਂ। ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੰਦੇ ਰਹੇ। ਘਰਾਂ ਦੇ ਘਰ ਸਾੜ ਦਿੱਤੇ। ਇੰਨਾ ਜ਼ੁਲਮ ਹੋਇਆ। ਜਿਨ੍ਹਾਂ ਨੇ ਉਦੋਂ ਨਹੀਂ ਸਾਡਾ ਭਲਾ ਕੀਤਾ, ਹੁਣ ਉਹ ਸਾਡਾ ਕਿਵੇਂ ਭਲਾ ਕਰਨਗੇ? ਇਹ ਤੇ ਸ਼ੁਰੂ ਤੋਂ ਹੀ, ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ, ਇਹ ਤੇ ਉਦੋਂ ਦੇ ਸਾਡੇ ਜਾਣ ਦੇ ਦੁਸ਼ਮਣ ਬਣੇ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਬਟਾਲੇ ਦੇ ਵਿੱਚ ਗੁਰਦੁਆਰਾ 7 ਕਰਤਾਰੀਆਂ, ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਵਿਆਹੁਣ ਗਏ ਸੀ
ਇਹ ਲੋਕ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕੰਧ ਦੇ ਥੱਲੇ ਦੇ ਕੇ ਮਾਰ ਦੇਣ ਲੱਗੇ ਸੀ। ਅੱਜ ਤੱਕ ਇਹ ਵੀ ਕਦੀ ਕਿਸੇ ਨੇ ਮਜ਼ਾਕ ਕੀਤਾ, ਕਦੀ ਸਾਲੀਆਂ ਨੇ ਵੀ ਆਪਣੇ ਜੀਜੇ ਦੇ ਉੱਤੇ ਕੰਧ ਸੁੱਟ ਦਿਓ। ਉਹ ਇੱਕ ਸਾਜ਼ਿਸ਼ ਸੀ। ਇਹ ਸੱਚ ਬੋਲਦੇ ਆ। ਇਹਨਾਂ ਨੂੰ ਕੰਧ ਦੇ ਲਾਗੇ ਬਿਠਾ ਕੇ ਉੱਤੇ ਕੰਧ ਸੁੱਟ ਦਿਓ, ਖਤਮ ਹੋ ਜਾਣਗੇ। ਕਦੇ ਕਹਿੰਦੇ ਮੈਂ ਜਨੇਊ ਨਹੀਂ ਪਾਉਣਾ, ਕਦੇ ਕਹਿੰਦੇ ਮੈਂ ਅੱਗ ਦੇ ਦੁਆਲੇ ਨਹੀਂ ਫੇਰੇ ਲੈਣੇ, ਕਦੇ ਕੁਛ, ਕਦੇ ਕਹਿੰਦੇ ਮੈਂ ਮਰ ਚੁੱਕੇ ਵੱਡੇ ਵਡੇਰਿਆਂ ਦੇ ਸ਼ਰਾਧ ਨਹੀਂ ਕਰਨੇ, ਮਰ ਚੁੱਕੇ ਵੱਡੇ ਵਡੇਰਿਆਂ ਨੂੰ ਕੁਛ ਨਹੀਂ ਜਾਂਦਾ। ਸੱਚ ਬੋਲਦੇ ਆ। ਇਹ ਤੇ ਕੰਧ ਸੁੱਟੋ। ਇਹ ਤੇ ਉਦੋਂ ਨਹੀਂ ਕਿਤੇ ਸਾਡਾ ਭਲਾ ਕਰਦੇ ਰਹੇ, ਤੇ ਹੁਣੇ ਭਲਾ ਕਰਨ ਵਾਲੇ ਕਿੱਥੋਂ ਉਤਰ ਆਏ ਆ। ਇਹਨਾਂ ਨੂੰ ਕੀ ਫਿਕਰ ਪੈ ਗਿਆ ਵੀ ਮਹਾਰਾਜ ਜੀ ਦਾ ਪਰਿਵਾਰ ਆ, ਇਹਨਾਂ ਦੇ ਬੱਚੇ ਆ, ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦੇ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਜਾਣ। ਮਹਾਰਾਜ ਜੀ ਨੇ ਜਦੋਂ ਇਹ ਪੈਗਾਮ ਸੁਣਿਆ, ਜਦੋਂ ਚਿੱਠੀ ਸੁਣੀ, ਤੇ ਮਹਾਰਾਜ ਜੀ ਬਹੁਤ ਜੋਸ਼ ਵਿੱਚ ਆ ਗਏ ਵੀ ਅਸੀਂ ਤੁਹਾਡੇ ਕੋਲੋਂ ਭਲਾ ਨਹੀਂ ਕਰਵਾਉਣਾ ਚਾਹੁੰਦੇ। ਇਹੋ ਜਿਹਾ ਭਲਾ ਤੁਸੀਂ ਆਪਣੇ ਕੋਲ ਹੀ ਰੱਖੋ, ਤੁਸੀਂ ਝੂਠੇ ਲੋਕ ਹੋ, ਤੁਹਾਡੇ ਤੇ ਕੌਣ ਯਕੀਨ ਕਰੇ। ਪੈਗਾਮ ਸੁਣ ਕੇ ਸਤਿਗੁਰੂ ਖਾਮੋਸ਼ ਹੋ ਗਏ, ਪੈਦਾ तबीयतों में मगर जोश हो गए, दर पे निकालने के सितम कोश हो गए, जाते हैं हम तो बोलेंगे रूपोश हो गए। जे इन्हां दे आखे लग के आनंदपुर साहब दा किला छड्ड के भी चले गए ना, मगरों पता इन्हां ने की रौला पाउणा, महाराज ते डर के भज गए जी। ਉਹ ਤੇ ਲੁਕ ਗਏ ਆ। ਬਾਅਦ 'ਚ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਹਾਨੇ ਬਣਾਉਣੇ ਆ, ਫਿਰ ਕਹਿਣਗੇ ਜੀ ਉਹ ਤੇ ਰੂਹ ਪੋਸ਼ ਹੋ ਗਏ ਜੀ, ਉਹਦੇ ਕਿਤੇ ਲੁਕ ਗਏ ਆ। ਇਹਨਾਂ ਨੇ ਸਾਨੂੰ ਕਿਸੇ ਪਾਸੇ ਵੀ ਨਹੀਂ ਛੱਡਣਾ। ललकार फौज से के किला से निकल चलो, दुश्मन से होशियार रहो और संभल चलो। लो जी, गुरु गोबिंद सिंह जी महाराज ने सारी सोच विचार करन तो बाद फैसला ले लिया। महाराज ने कहा आनंदपुर साहब के किले विचों डर के नहीं जाना, शरेआम जावांगे। इस तो पहला एक घटना यह भी इतिहास में आउंदा जिक्र, सिख इकट्ठे होके माता गुजर कौर जी दे कोल गए। उन्होंने कह लगे माता जी असीं बहुत भुखे प्यासे बड़े तंग होए आ, आनंदपुर साहब का किला छड्ड देना चाहिए वा। माता जी सिंघां दे नाल गुरु गोबिंद सिंह जी दे कोल आए। उन्होंने कह लगे भी पुत्र वेख बेटा, सिंह भी सारे कह रहे किला छड्ड के चले जाइए। गुरु गोबिंद सिंह जी महाराज ने बचन किया, पहाड़िए ते अगे उडीकदे पए आ, कदों किला छड्ड के निकलीए ते कदों इन्हां दे उत्ते असीं हमला करिए। सिंह कह लगे नहीं महाराज, तो सौंह खांदे आ, वो तो कुरान शरीफ की जिल्द के उत्ते सौं लिख के भेजते, आटे की गां बना के भेजते आ। वो नहीं इस तरह महाराज इदा एडे थोड़ी गिरे हुए भी साडा नुकसान करनगे। गुरु साहब ने कहा इदा करो, तुसीं एक तुहानूं कौतक करके विखा देने आ। एक ना पुराना जिहा एक रथ लिया, उस रथ दे अगे एक बलद जोया, ते ओहदे अगे ਉਹਦੇ ਉੱਤੇ ਵਾਧੂ ਘਾਟੂ ਪੁਰਾਣੇ ਕੱਪੜੇ, ਜਿੰਨਾ ਕਵਾੜ ਹੁੰਦਾ ਨਾ, ਕਵਾੜ ਉਹ ਸਾਰਾ ਲੱਦ ਕੇ ਉਹਦੇ ਤੇ ਬਹੁਤ ਸੋਹਣਾ ਮਹਿੰਗਾ ਰੁਮਾਲਾ ਸਾਹਿਬ ਜਿੱਦਾਂ ਹੁੰਦਾ ਇਸ ਤਰ੍ਹਾਂ ਇੱਕ ਦੁਸ਼ਾਲਾ ਪਾ ਦਿੱਤਾ। ਕਿਲੇ ਦਾ ਦਰਵਾਜ਼ਾ ਖੋਲ ਕੇ ਜਿਵੇਂ ਹੀ ਉਹ ਰੱਥ ਨੂੰ ਬਾਹਰ ਕੱਢਿਆ, ਫੌਜਾਂ ਟੁੱਟ ਕੇ ਪੈ ਗਈਆਂ ਵੀ ਪਤਾ ਨਹੀਂ ਹੁਣ ਮਹਾਰਾਜ ਜਾਣ ਲੱਗੇ ਆ ਤੇ ਪਤਾ ਨਹੀਂ ਹੁਣ ਖਜ਼ਾਨੇ ਆਉਣ ਲੱਗ ਪਏ ਆ। ਹੁਣ ਮਹਾਰਾਜ ਜੀ ਦੇ ਖਜ਼ਾਨੇ ਆ ਰਹੇ, ਲੁੱਟ ਲਓ, ਜਿਹੜਾ ਜਿਹਦਾ ਜਿੰਨਾ ਜਿਹਦੇ ਹੱਥ ਆ ਗਿਆ ਉਹ ਸਾਰਾ ਆਪਣਾ ਹੀ ਆ। ਕੋਈ ਜੇਵਰਾਤ, ਹੀਰੇ ਜਵਾਹਰਾਤ ਪਤਾ ਨਹੀਂ ਵਿੱਚੋਂ ਕੀ ਨਿਕਲਣਾ। ਵਿੱਚੋਂ ਨਿਕਲੀਆਂ ਟੁੱਟੀਆਂ ਚੱਪਲਾਂ, ਟੁੱਟੇ ਛਿੱਤਰ, ਜੁੱਤੀਆਂ, ਲੈ ਜਾਓ ਜਿਹਦੇ ਜਿਹਦੇ ਜਿੰਨਾ ਜਿੰਨਾ ਹੱਥ ਆਇਆ। ਉਹ ਮਹਾਰਾਜ ਨੇ ਕੌਤਕ ਕਰਕੇ ਸਿੰਘਾਂ ਨੂੰ ਵਿਖਾਇਆ, ਇਹ ਜੇ ਕਮੀਨੇ ਲੋਕ ਨੇ, ਅਸੰਖ ਚੋਰ, ਹਰਾਮ ਖੋਰ, ਇੱਦਾਂ ਦੇ ਲੋਕ ਨੇ। ਇਹ ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ, ਉੱਤੋਂ ਕੁਝ ਹੋਰ ਨੇ, ਵਿੱਚੋਂ ਕੁਝ ਹੋਰ ਨੇ। ਹਾਥੀ ਦੇ ਦੰਦ ਵਿਖਾਉਣ ਦੇ ਹੋਰ ਨੇ ਤੇ ਖਾਣ ਦੇ ਹੋਰ ਨੇ। ਜਿਨ ਮਨ ਹੋਰ, ਮੁਖ ਹੋਰ, ਸੇ ਕਾਂਡੇ ਕੱਚੇ ਆ। ਇਹ ਜਿੱਦਾਂ ਦੇ ਬਾਹਰੋਂ ਬਣੇ ਇੱਦਾਂ ਦੇ ਅੰਦਰੋਂ ਨਹੀਂ ਆ। ਤਾਂ ਕਰਕੇ ਸਿੰਘੋ ਕਿੱਦਾਂ ਇਹਨਾਂ ਦੇ ਉੱਤੇ ਯਕੀਨ ਕਰਕੇ ਤੇ ਕਿਲੇ ਨੂੰ ਛੱਡ ਕੇ ਚਲੇ ਜਾਈਏ। ਕਿੱਦਾਂ ਤੁਹਾਨੂੰ ਮੈਂ ਕੁਰਬਾਨ ਕਰ ਦਿਆਂ, ਤੁਸੀਂ ਮੇਰੇ ਪਿਆਰਾਂ ਤੋਂ, ਜਾਨਾਂ ਤੋਂ ਵੀ ਪਿਆਰੇ ਸਿੰਘ ਹੋ।
इस तरह साध संगत जी महाराज सोच विचार करते रहे। फिर सतगुरु जी ने फैसला किया कि गुरु के जोधे तुसीं तैयारी कर लो, इस तो बिना हुण कोई राह नहीं रह गया। किले नूं छड्ड के जावांगे ते लुक के नहीं जाना, छिप के नहीं जाना, जंग युद्ध करके जावांगे। पर एक गल चेते रखियो, असीं किसी का खून नहीं वगाउणा चाहुंदे। भावें कोई हिंदू होवे, भावें कोई मुसलमान होवे, सारे रब दे बंदे ने। असीं किसी का खून नहीं वगाउणा चाहुंदे। पर जे साडे चलदिआं रस्ते दे विच कोई पत्थर आ गया ना, पत्थर, ते उहनूं पैर दी जुत्ती दी नुक्कर मार के उहनूं परां करना पैना। जे चलदिआं रस्ते च पत्थर आ गया ना, उहनूं परां हटाउणा पैना। भाव अड़े सो झड़े, शरण परे सो तरे। ਜਿਹੜਾ ਸਾਡੇ ਰਸਤੇ ਵਿੱਚ ਰੁਕਾਵਟ ਬਣੇਗਾ ਨਾ, ਗੁਰੂ ਘਰ ਦੇ ਵਿੱਚ ਦੇਗ ਵੀ ਹਰ ਸਮੇਂ ਤਿਆਰ ਆ। ਜਦੋਂ ਮਰਜੀ ਕੜਾਹ ਪ੍ਰਸ਼ਾਦ ਲੰਗਰ ਕੁਝ ਨਾ ਕੁਝ ਇੱਥੋਂ ਛਕਣ ਵਾਸਤੇ ਮਿਲ ਹੀ ਜਾਣਾ, ਦੇਗ ਵੀ ਤਿਆਰ ਆ। ਤੇ ਜੇ ਕੋਈ ਹੰਕਾਰੀ ਚੜ੍ਹ ਕੇ ਆ ਜਾਵੇ, ਇਹ ਤਲਵਾਰਾਂ ਗੁਰੂ ਸਾਹਿਬ ਦੇ ਅੱਗੇ ਉਹਦੇ ਵਾਸਤੇ ਰੱਖੀਆਂ ਹੁੰਦੀਆਂ ਵੀ ਉਹਨੂੰ ਝਟਕਾ ਦਿਓ। ਫਿਰ ਇਹੋ ਜੀ ਤੁਹਾਨੂੰ ਤਲਵਾਰ ਚਲਾਉਣੀ ਆਉਂਦੀ ਹੋਵੇ, ਇਹ ਨਹੀਂ ਵੀ ਤੁਸੀਂ ਸਿਰਫ ਪ੍ਰਸ਼ਾਦ ਹੀ ਵੰਡ ਸਕਦੇ ਹੋ, ਕਿਰਪਾਨ ਹੀ ਭੇਟ। ਕਿਰਪਾਨ ਸਿਰਫ ਕੜਾਹ ਪ੍ਰਸ਼ਾਦ 'ਚ ਫੇਰਨ ਵਾਸਤੇ ਨਹੀਂ ਆ, ਇਹ ਲੋੜ ਪੈਣ ਤੇ ਬੰਦੇ ਦੇ ਢਿੱਡ 'ਚ ਵੀ ਫੇਰ ਸਕਦੇ ਹੋ। ਇਹੋ ਜੀ ਕਿਰਪਾਨ ਇੱਥੋਂ ਮੋਢੇ ਤੋਂ ਮਾਰੋ, ਵੱਖੀ ਤੱਕ ਉਹਨੂੰ ਵੱਢ ਕੇ ਰੱਖ ਦਿਓ। ਇਹੋ ਜੀ ਤੁਹਾਡੇ 'ਚ ਜ਼ਰੂਰਤ ਵੀ ਹੋਣੀ ਚਾਹੀਦੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਵੀ ਸਿੱਖੋ, ਅਸੀਂ ਕਿਸੇ ਨੂੰ ਕੁਛ ਨਹੀਂ ਜੇ ਕਹਿਣਾ, ਸ਼ਾਂਤ ਰਹਿ ਕੇ ਕਿਲੇ ਨੂੰ ਛੱਡਣਾ। ਪਰ ਜਿਹੜਾ ਦੁਸ਼ਮਣ ਸਾਡੇ ਅੱਗੇ ਅੜ ਗਿਆ, ਉੱਥੇ ਫਿਰ ਅਸੀਂ ਤਲਵਾਰ ਦੀ ਸਫਾਈ ਵਿਖਾਉਣੀ ਆ। ਪਤਾ ਜੇ ਫਿਰ ਬੰਦੇ ਕਿੱਦਾਂ ਕੱਟਣੇ ਆ। ਇਤਿਹਾਸ 'ਚ ਜ਼ਿਕਰ ਆਇਆ, ਜਿੱਦਾਂ ਪਹਿਲੇ ਸਮੇਂ ਵਿੱਚ ਲੋਕੀ ਸਾਬਣ ਘਰੇ ਬਣਾ ਲੈਂਦੇ ਹੁੰਦੇ ਸੀ, ਕਾਸਟਿਕ ਸੋਡਾ ਇਤਿਆਦਿ ਸਾਰੀਆਂ ਚੀਜ਼ਾਂ, ਆਟਾ ਮੈਦਾ ਪਾ ਕੇ ਘਰੇ ਹੀ ਸਾਬਣ ਥੱਪ ਲੈਣਾ। ਬਾਅਦ 'ਚ ਉਹਦੀਆਂ ਚਾਕੀਆਂ ਕੱਟਣੀਆਂ ਕਿੱਦਾਂ? ਇੱਕ ਲੋਹੇ ਦੀ ਤਾਰ ਲੈ ਕੇ ਨਾ ਬਸ ਉਹਨੂੰ ਵਿੱਚ ਫੇਰਨਾ ਵਾ, ਚਾਕੀਆਂ ਆਪਣੇ ਆਪ ਹੀ ਕੱਟੀਆਂ ਜਾਣੀਆਂ। ਬੰਦੇ ਦੁਸ਼ਮਣ ਰਸਤੇ ਨੂੰ ਰੋਕਣ ਵਾਲਿਆਂ ਨੂੰ ਤੁਸੀਂ ਇੱਦਾਂ ਕੱਟ ਸਕਦੇ ਹੋ ਜਿੱਦਾਂ ਸਾਬਣ ਦੀਆਂ ਚਾਕੀਆਂ ਕੱਟ ਦਈਦੀਆਂ। ਤੋ ਸਾਧ ਸੰਗਤ ਜੀ, ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮਹਾਰਾਜ ਫਿਰ ਕਿਵੇਂ ਕਿਲੇ 'ਚੋਂ ਨਿਕਲੇ, ਕਿਹੜਾ ਕਿਹੜਾ ਰਾਹ ਵਿੱਚ ਅੜਿਆ, ਤੇ ਕਿਵੇਂ ਕਿਵੇਂ ਮਹਾਰਾਜ ਨੇ ਫਿਰ ਉਹਨਾਂ ਦਾ ਪਾਰ ਉਤਾਰਾ ਕੀਤਾ। ਇਹ ਕਥਾ ਵਿਚਾਰ ਆਪ ਸੰਗਤਾਂ ਕੱਲ ਨੂੰ ਸਰਵਣ ਕਰੋਗੇ, ਸ਼ਾਮ ਨੂੰ 4:30 ਵਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।